ਕਿਸੇ ਵੀ ਇੱਕ ਪੱਤਰਕਾਰ ਦੀ ਆਜ਼ਾਦੀ ਇੱਕ ਆਮ ਨਾਗਰਿਕ ਦੀ ਆਜ਼ਾਦੀ ਦੇ ਨਾਲੋਂ ਵੱਧ ਨਹੀਂ ਹੈ। ਪ੍ਰੈਸ ਦੀ ਫਰੀडम ਹੈ ਜ਼ਰੂਰ ਹੋਣੀ ਚਾਹੀਦੀ ਹੈ। ਹਾਂ, ਸਾਡੇ ਮੁਲਕ ਦੇ ਵਿੱਚ ਇੱਥੇ ਕੋਈ ਐਡੀ ਜ਼ਿਆਦਾ ਪ੍ਰੋਬਲਮ ਨਹੀਂ ਹੈ ਜਿੰਨੀਆਂ ਥਰਡ ਵਰਲਡ ਕੰਟਰੀ ਦੇ ਵਿੱਚ ਆਪਾਂ ਸੁਣਦੇ ਹਾਂ। ਆਪਣੇ ਪਿਛਲੇ ਮੁਲਕ ਦੇ ਵਿੱਚ ਵੀ ਹੈ, ਸਾਡੇ ਨਾਲ ਦੇ ਮੁਲਕ ਦੇ ਵਿੱਚ ਵੀ ਹੈ, ਸਾਡੇ ਮਿਆਂਮਾਰ ਦੇ ਵਿੱਚ ਦੇਖੋ ਕੀ ਹੋ ਰਿਹਾ, ਹੋਰ ਸਾਰੇ ਮੁਲਕਾਂ 'ਚ, ਅਫਰੀਕਾ 'ਚ ਵੀ ਹੈ। ਖੁਸ਼ਕਿਸਮਤ ਹੈ ਜਿਹੜੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੈਠੇ ਹੋਏ ਆ ਤੇ ਇੱਥੇ ਆਜ਼ਾਦੀ ਦੀ ਗੱਲ ਕਰਨੀ ਬੜੀ ਸੁਖਾਲੀ ਲੱਗਦੀ ਹੈ, ਜਦੋਂ ਕਿ ਉਹਨਾਂ ਮੁਲਕਾਂ ਦੇ ਬਾਰੇ ਸੋਚੀਏ ਜਿੱਥੇ ਕਿ ਸ਼ਾਇਦ ਇੱਕ ਲਫ਼ਜ਼ ਵੀ ਮੂੰਹ ਦੇ ਵਿੱਚੋਂ ਕੱਢਿਆ ਤੇ ਤੁਹਾਡੀ ਉਹ ਮੌਤ ਦਾ ਕਾਰਨ ਬਣ ਸਕਦਾ। ਜਿਹੜੇ ਲੋਕ ਪੜ੍ਹੇ ਲਿਖੇ ਨੇ, ਜਰਨਲਿਸਟ ਨੇ, ਜਿਨ੍ਹਾਂ ਦੀ ਵੱਡੀ ਪੜ੍ਹਾਈ ਹੈ, ਉਹਨਾਂ ਨੂੰ ਬੜੀ ਜ਼ੋਰਤ ਦੇ ਨਾਲ ਔਰ ਬੜੀ ਸ਼ਿੱਦਤ ਦੇ ਨਾਲ ਲੋਕਾਂ ਦੇ ਹੱਕਾਂ ਦੇ ਵਾਸਤੇ ਇਹ ਗੱਲ ਕਰਨੀ ਚਾਹੀਦੀ ਹੈ, ਲਿਖਣੀ ਚਾਹੀਦੀ ਹੈ, ਬੋਲਣੀ ਚਾਹੀਦੀ ਹੈ ਤੇ ਦਿਖਾਉਣੀ ਚਾਹੀਦੀ ਹੈ। ਤੇ ਉਹ ਜ਼ਰੂਰੀ ਨਹੀਂ ਹੈ ਕਿ ਜੇ ਪੱਤਰਕਾਰ ਦਾ ਕਿਸੇ ਤੇ ਠੱਪਾ ਲੱਗ ਗਿਆ ਜਾਂ ਪ੍ਰੈਸ ਲਿਖਾਈ ਫਿਰਦਾ ਉਹ ਆਪਣੇ ਗੱਡੀ ਦੇ ਉੱਪਰ, ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੀਆਂ ਬਾਕੀ ਦੀਆਂ ਜ਼ਿੰਮੇਵਾਰੀਆਂ ਤੋਂ ਉਹ ਮੁਕਤ ਹੋ ਗਿਆ। ਜੀ ਦੋਸਤੋ, 2:43 ਹਰਜਿੰਦਰ ਗਿੱਲ ਸ਼ੋਅ ਦੇ ਨਾਲ ਤੁਸੀਂ ਜੁੜੇ ਹੋਏ ਹੋ ਤੇ ਇਸ ਵੇਲੇ ਸਰਦਾਰ ਇੰਦਰਜੀਤ ਸਿੰਘ ਬੱਲ ਹੋਣੀ ਵੀ ਸਾਡੇ ਨਾਲ ਨੇ ਤੇ ਨਾਲ ਹੀ ਸਾਡੇ ਇੱਕ ਹੋਰ ਖਾਸ ਮਹਿਮਾਨ ਸਾਡੇ ਨਾਲ ਜੁੜ ਚੁੱਕੇ ਨੇ। ਆਪਾਂ ਉਹਨਾਂ ਨੂੰ ਵੀ ਔਨ ਏਅਰ ਕਰਦੇ ਹਾਂ ਤੇ ਅਗਲਾ ਸੈਗਮੈਂਟ ਜਿਹੜਾ ਜੀ ਸਾਡਾ ਅੱਜ ਦੇ ਦਿਨ ਨਾਲ ਸੰਬੰਧਿਤ ਹੀ, ਜਿੱਥੇ ਅਸੀਂ ਜ਼ਿਕਰ ਕਰਨ ਦੇ ਲਈ ਖੇਚਲ ਦਿੱਤੀ ਹੈ ਸਾਡੇ ਸਤਿਕਾਰਯੋਗ ਗੁਰੂ ਜੀ ਡਾਕਟਰ ਬਲਵਿੰਦਰ ਸਿੰਘ ਦੀ ਹੋਰੀ, ਉਹ ਸਾਡੇ ਨਾਲ ਨੇ ਇਸ ਵੇਲੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਬਹੁਤ ਬਹੁਤ ਸਵਾਗਤ ਤੁਹਾਡੇ ਆਪਣੇ ਪ੍ਰੋਗਰਾਮ ਦੇ ਵਿੱਚ। ਧੰਨਵਾਦ ਹਰਜਿੰਦਰ ਜੀ, ਔਰ ਰਮਜ਼ ਪੰਜਾਬੀ ਪ੍ਰੋਗਰਾਮ ਸੁਣ ਰਹੇ ਸਾਰੇ ਸਰੋਤਿਆਂ ਨੂੰ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਤੇ ਸਰਦਾਰ ਇੰਦਰਜੀਤ ਸਿੰਘ ਬੱਲ ਸਾਹਿਬ ਵੀ ਸਾਡੇ ਨਾਲ ਨੇ ਜੀ, ਤੇ ਮੈਂ ਉਹਨਾਂ ਨੂੰ ਵੀ ਬੇਨਤੀ ਕੀਤੀ ਸੀ ਕਿ ਕਿਉਂ ਨਾ ਆਪਾਂ ਸਾਰੇ ਜਣੇ ਰਲ ਕੇ ਅਗਲੀ ਗੱਲਬਾਤ ਨੂੰ ਅੱਗੇ ਤੋਰੀਏ। ਬੱਲ ਸਾਹਿਬ, ਡਾਕਟਰ ਸਾਹਿਬ ਦਾ ਵੀ ਸਵਾਗਤ ਕਰੀਏ ਜੀ ਆਪਾਂ ਦੋਨੋਂ ਜਣੇ। ਬਹੁਤ ਮਿਹਰਬਾਨੀ ਡਾਕਟਰ ਸਾਹਿਬ, ਜੀ ਆਇਆਂ ਨੂੰ ਜੀ। ਧੰਨਵਾਦ ਜੀ, ਤੁਹਾਡੇ ਨਾਲ ਹਮੇਸ਼ਾ ਗੱਲਬਾਤ ਕਰਕੇ ਜੀ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਸੋ 5-7 ਮਿੰਟ ਆਪਾਂ ਗੱਲ ਜ਼ਰੂਰ ਕਰਦੇ ਹਾਂ ਜੀ ਅੱਗੇ। ਬੱਲ ਸਾਹਿਬ, ਜਿਹੜੇ ਹੁਣ ਡਾਕਟਰ ਸਾਹਿਬ ਤੁਸੀਂ ਨਾਲੋਂ ਬੱਲ ਸਾਹਿਬ ਨਾਲ ਹੋਣ ਤੇ ਆਪਣੇ ਕੋਲ ਸਮਾਂ 3 ਘੰਟੇ ਦਾ ਹੋਵੇ ਤੇ 5-7 ਮਿੰਟ ਕਹਿ ਕੇ ਤੇ ਜ਼ਿਆਦਤੀ ਕਰ ਗਏ ਤੁਸੀਂ। ਕਿਉਂਕਿ ਇਹ ਫਰੀडम ਦੀ ਗੱਲ ਹੈ ਤੇ ਫਿਰ ਮੈਨੂੰ ਆਪਣੀ ਆਜ਼ਾਦੀ ਹੈ ਕਿ ਮੈਂ ਇੰਨੀ ਕਿ ਮਿੰਟ ਦੇ ਸਕਦਾ, ਉਸ ਤੋਂ ਬਾਅਦ ਮੈਂ ਆਪਣੇ ਸ਼ੋਅ ਦੀ ਵੀ ਤਿਆਰੀ ਕਰਨੀ ਹੈ। ਸੋ ਦੋਸਤੋ, ਜਿਹੜੀ ਅਸੀਂ ਇਹ ਫਰੀडम ਦੀ ਗੱਲ ਕਰਨੀ ਹੈ, ਵਰਲਡ ਪ੍ਰੈਸ ਫਰੀडम ਡੇ। ਸੋ ਅੱਜ ਦਾ ਜਿਹੜਾ ਖਾਸ ਦਿਨ ਹੈ, ਤੇ ਮੈਂ ਸਵੇਰੇ ਡਾਕਟਰ ਸਾਹਿਬ ਨਾਲ ਜਦੋਂ ਗੱਲ ਕੀਤੀ, ਮੈਂ ਕਿਹਾ ਜੀ ਮੈਂ ਚਾਰੇ ਪਾਸੇ ਜਦੋਂ ਨਜ਼ਰ ਘੁਮਾਈ ਤੇ ਮੇਰੇ ਰਾਈਟ ਵੇ ਜਿਹੜਾ ਜਦੋਂ ਵਰਲਡ ਪ੍ਰੈਸ ਫਰੀडम ਡੇ ਦਾ ਜ਼ਿਕਰ ਆਇਆ ਤੇ ਮੇਰੇ ਸਾਹਮਣੇ ਡਾਕਟਰ ਸਾਹਿਬ ਦੇ ਨਾਮ ਤੋਂ ਇਲਾਵਾ ਹੋਰ ਕੋਈ ਨਾਮ ਇੱਕਦਮ ਨਹੀਂ ਆ ਸਕਿਆ। ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਕੁਛ ਮਿੰਟ ਕੱਢੋ। ਬੇਸ਼ੱਕ ਡਾਕਟਰ ਸਾਹਿਬ ਜਾਣਿਆ ਪਛਾਣਿਆ ਇੱਕ ਨਾਮ ਹੈ ਮੀਡੀਆ ਦੇ ਵਿੱਚ, ਕਮਿਊਨਿਟੀ ਦੇ ਵਿੱਚ, ਭਾਈਚਾਰੇ ਦੇ ਵਿੱਚ, ਔਰ ਸਾਡੇ ਲਈ ਬਹੁਤ ਵੱਡੀ ਬਲੈਸਿੰਗ ਹੈ ਕਿ ਇਹ ਸਾਨੂੰ ਪਿਆਰ ਕਰਦੇ ਆ, ਸਾਡਾ ਕਿਹਾ ਨਹੀਂ ਮੋੜਦੇ, ਔਰ ਅਸੀਂ ਵੀ ਨਹੀਂ ਇਹਨਾਂ ਦਾ ਮੋੜਦੇ, ਪਰ ਕਦੀ ਕਦੀ ਮੋੜ ਦਈਦਾ, ਪਰ ਇਹ ਨਹੀਂ ਮੋੜਦੇ ਸਾਡਾ। ਸੋ ਇਸੇ ਕਰਕੇ ਬੱਲ ਸਾਹਿਬ ਅੱਜ ਇਹਨਾਂ ਨੂੰ ਖੇਚਲ ਦਿੱਤੀ ਬਹੁਤ ਸਮੇਂ ਬਾਅਦ, ਤੇ ਇਹਨਾਂ ਨੇ ਸਾਡੀ ਉਹ ਬੇਨਤੀ ਕਬੂਲ ਕੀਤੀ। ਤੇ ਵਰਲਡ ਪ੍ਰੈਸ ਫਰੀडम ਡੇ ਦੇ ਬਾਰੇ 'ਚ ਅਸੀਂ ਥੋੜ੍ਹੀ ਜਿਹੀ ਅੱਜ ਗੱਲ ਕਰਨੀ ਆ। ਆਪਾਂ ਕਿਉਂ ਨਾ ਡਾਕਟਰ ਸਾਹਿਬ ਬੱਲ ਸਾਹਿਬ ਦੇ ਕੋਲੋਂ ਪਹਿਲਾਂ ਓਪਨਿੰਗ ਰਿਮਾਰਕਸ ਲਈਏ ਤੇ ਫਿਰ ਅੱਗੇ ਗੱਲ ਨੂੰ ਤੋਰਦੇ ਹਾਂ ਜੀ। ਬੱਲ ਸਾਹਿਬ, ਦੇਖੋ ਜੀ, ਤੁਸੀਂ ਦੋਨੋਂ ਹੀ ਸੱਜਣ ਡਾਕਟਰ ਸਾਹਿਬ ਮੇਰੇ ਵੀਰ ਨੇ, ਤੁਸੀਂ ਸਾਡੇ ਬੱਚੇ ਹੋ ਔਰ ਤੁਸੀਂ ਵਾਬਸਤਾ ਹੋ ਇਸ ਫੀਲਡ ਦੇ ਨਾਲ, ਜਰਨਲ ਦੇ ਨਾਲ, ਤੁਹਾਡੀ ਦੋਨਾਂ ਦੀ ਪੜ੍ਹਾਈ ਵੀ ਇਸ ਵਿੱਚ ਹੈ। ਅੱਜ ਦਾ ਦਿਨ ਵਰਲਡ ਪ੍ਰੈਸ ਫਰੀडम ਦਾ ਯੂਨਾਈਟਿਡ ਨੇਸ਼ਨ ਨੂੰ ਮੇਰਾ ਖਿਆਲ ਇਹ ਰੈਕਗਨਾਈਜ਼ ਕੀਤਾ ਗਿਆ ਸੀ ਤੇ ਇਸ ਨੂੰ ਹਰ ਸਾਲ ਲੋਕ ਮਨਾਉਂਦੇ ਨੇ। ਇਹ ਬੜਾ ਔਖਾ ਪਿੰਡ ਹੈ ਜੀ ਜਿਹੜਾ ਤੁਸੀਂ ਇਹ ਚੁਣਿਆ ਹੈ। ਇਹ ਕਹਿਣ ਨੂੰ ਤਾਂ ਬੜਾ ਸੌਖਾ ਲੱਗਦਾ ਕਿ ਜਿਹੜੀ ਪ੍ਰੈਸ ਦੀ ਫਰੀडम ਹੈ ਉਹ ਹੋਣੀ ਚਾਹੀਦੀ ਹੈ, ਪਰ ਲੋਕ ਪ੍ਰੈਸ ਨੂੰ ਜਿਹੜੀਆਂ ਪਾਵਰ ਨੇ, ਜਿਹੜੇ ਬਾਹੂਬਲੀ ਨੇ, ਜਿਹੜੇ ਵੱਡੇ ਸਾਮਰਾਜ ਨੇ, ਕਿ ਉਹ ਇਸ ਪ੍ਰੈਸ ਨੂੰ ਫਰੀ ਰਹਿਣ ਦਿੰਦੇ ਨੇ, ਫਰੀਲੀ ਕੰਮ ਕਰਨ ਦਿੰਦੇ ਨੇ, ਉਹ ਇੱਕ ਬੜਾ ਵੱਡਾ ਕੁਐਸਚਨ ਹੈ। ਹਰ ਸਾਲ ਆਪਾਂ ਕਿੰਨੇ ਜਿਹੜੇ ਜਰਨਲਿਸਟ ਹੈ, ਰਿਨੋਨ ਜਰਨਲਿਸਟ ਦੁਨੀਆ ਦੇ ਵਿੱਚ, ਉਹਨਾਂ ਦੀਆਂ ਹੱਤਿਆਵਾਂ ਹੁੰਦੀਆਂ ਨੇ, ਔਰ ਜਾਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਬੰਦ ਕੀਤਾ ਜਾਂਦਾ ਹੈ, ਜਾਂ ਉਹਨਾਂ ਨੂੰ ਲਾਈਫ ਥ੍ਰੈਟਸ ਆਉਂਦੇ ਨੇ, ਉਹਨਾਂ ਦੀਆਂ ਨੌਕਰੀਆਂ ਚਲੇ ਜਾਂਦੀਆਂ ਨੇ, ਉਹਨਾਂ ਦੀ ਹਰਾਸਮੈਂਟ ਹੁੰਦੀ ਹੈ। ਇਹ ਬੜਾ ਔਖਾ ਪੈਂਡਾ ਹੈ। ਕਹਿਣ ਨੂੰ ਗੱਲ ਤੇ ਸਾਰੇ ਕਹਿ ਦੇਣਗੇ ਜੀ, ਉਹ ਜਿਹੜੇ ਬੰਦੇ ਇਹਨਾਂ ਦੀ ਜ਼ਬਾਨ ਤੇ ਇਹਨਾਂ ਦੀ ਕਲਮ ਨੂੰ ਬੰਦ ਕਰਦੇ ਨੇ ਉਹ ਵੀ ਕਹਿਣਗੇ ਕਿ ਪ੍ਰੈਸ ਦੀ ਫਰੀडम ਹੋਣੀ ਚਾਹੀਦੀ ਹੈ ਜੀ। ਇਹ ਵੀ ਬੜੀ ਆਸਾਨੀ ਨਾਲ ਅੱਜ ਵੀ ਮੈਂ ਸੁਣ ਰਿਹਾ ਸੀ, ਔਰ ਸਾਡੇ ਆਪਣੇ ਪ੍ਰਾਈਮ ਮਿਨਿਸਟਰ ਸਾਹਿਬ ਵੀ, ਜਦੋਂ ਉਹਨਾਂ ਨੇ ਸਾਡੀ ਬੜੀ ਰਿਨੋਨ ਰਾਈਟਰ ਕਿਮ ਬੋਲਨ ਜਿਹੜੀ ਹੈ ਵੈਨਕੂਵਰ ਦੇ ਵਿੱਚ ਆ, ਜੋ ਉਹਨਾਂ ਨੂੰ ਆਨਰ ਕੀਤਾ ਹੈ, ਔਰ ਉਹ ਵੀ ਕਹਿ ਰਹੇ ਸਨ ਕਿ ਇਹ ਜਿਹੜੀ ਪ੍ਰੈਸ ਦੀ ਫਰੀडम ਹੈ ਜ਼ਰੂਰ ਹੋਣੀ ਚਾਹੀਦੀ ਹੈ। ਔਰ ਇਹਦੇ ਨਾਲ ਜਿਹੜਾ ਨਾ ਸਰਕਾਰਾਂ ਵੀ ਆਪਣੀ ਲਾਈਨ 'ਤੇ, ਹਾਂ, ਸਾਡੇ ਮੁਲਕ ਦੇ ਵਿੱਚ ਇੱਥੇ ਕੋਈ ਐਡੀ ਜ਼ਿਆਦਾ ਪ੍ਰੋਬਲਮ ਨਹੀਂ ਹੈ ਜਿੰਨੀਆਂ ਥਰਡ ਵਰਲਡ ਕੰਟਰੀ ਦੇ ਵਿੱਚ ਆਪਾਂ ਸੁਣਦੇ ਹਾਂ। ਆਪਣੇ ਪਿਛਲੇ ਮੁਲਕ ਦੇ ਵਿੱਚ ਵੀ ਹੈ, ਸਾਡੇ ਨਾਲ ਦੇ ਮੁਲਕ ਦੇ ਵਿੱਚ ਵੀ ਹੈ, ਸਾਡੇ ਮਿਆਂਮਾਰ ਦੇ ਵਿੱਚ ਦੇਖੋ ਕੀ ਹੋ ਰਿਹਾ, ਹੋਰ ਸਾਰੇ ਮੁਲਕਾਂ 'ਚ, ਅਫਰੀਕਾ 'ਚ ਵੀ ਹੈ।
ਔਰ ਇਹ ਬੜਾ ਔਖਾ ਪੈਂਦਾ ਹੈ ਜੀ। ਤੁਸੀਂ ਵੀ ਦੋਨੋਂ ਸੱਜਣ ਇਸ ਤੇ ਚੱਲਣ ਦੀ ਕੋਸ਼ਿਸ਼ ਕਰ ਰਹੇ ਹੋ। ਫਿਰ ਵੀ ਜਿਹੜਾ ਮੈਂ ਸਮਝਦਾ ਕਿ ਯੂਨਾਈਟਿਡ ਨੇਸ਼ਨ ਨੇ ਅੱਜ ਦਾ ਦਿਨ ਜਿਹੜਾ ਮੁਕਰਰ ਕੀਤਾ ਹੈ ਇਸ ਵਾਸਤੇ, ਘੱਟੋ ਘੱਟ ਆਪਾਂ ਹਰ ਸਾਲ ਗੱਲ ਤੇ ਕਰਦੇ ਹਾਂ, ਉਹਨਾਂ ਲੋਕਾਂ ਨੂੰ ਯਾਦ ਤੇ ਕਰਦੇ ਹਾਂ ਜਿਹੜੇ ਜ਼ਿੰਦਗੀ ਦੇ ਵਿੱਚ ਔਖੇ ਪੈਣੇ ਤੇ ਗੁਜ਼ਰਦੇ ਆ, ਸੱਚੀ ਤੇ ਸੁੱਚੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਮਾਜ ਨੂੰ ਸੇਧ ਦਿੰਦੇ ਨੇ ਤੇ ਵੱਡੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਨਾਲ ਟੱਕਰ ਲੈਣ ਦੀ ਵੀ ਕੋਸ਼ਿਸ਼ ਕਰਦੇ ਨੇ। ਮੈਂ ਉਹਨਾਂ ਨੂੰ ਅੱਜ ਦੇ ਦਿਨ ਤੇ ਸਲਾਮ ਕਰਦਾ ਜੀ। ਬਿਲਕੁਲ। ਡਾਕਟਰ ਸਾਹਿਬ, ਤੁਹਾਡੇ ਓਪਨਿੰਗ ਰਿਮਾਰਕਸ। ਹਰਜਿੰਦਰ ਜੀ, ਅੱਜ ਦਾ ਦਿਨ ਬਿਨਾਂ ਸ਼ੱਕ ਦੁਨੀਆ ਭਰ ਦੇ ਵਿੱਚ ਬਹੁਤ ਹੀ ਮਹੱਤਤਾ ਰੱਖਦਾ ਹੈ ਵਰਲਡ ਪ੍ਰੈਸ ਫਰੀਡਮ ਦੇ ਨਾਮ ਤੇ। ਵੈਸੇ ਕਿਉਂਕਿ ਯੂਨਾਈਟਿਡ ਨੇਸ਼ਨਸ ਦੇ ਵੱਲੋਂ, ਜਿਸ ਤਰ੍ਹਾਂ ਬਲਵੀਰ ਜੀ ਨੇ ਦੱਸਿਆ ਕਿ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਇਸ ਨੂੰ ਸ਼ੁਰੂ ਕੀਤਾ ਗਿਆ ਸੀਗਾ 1993 ਤੋਂ ਲਗਭਗ, ਔਰ ਅੱਜ ਦਿਨ ਤੱਕ ਇਹ 30-31 ਸਾਲ ਹੋ ਗਏ ਨੇ ਜਿਹੜਾ ਮਨਾਇਆ ਜਾ ਰਿਹਾ। ਇਹਦੇ ਵਿੱਚ ਜਿਹੜੀ ਪ੍ਰੈਸ ਹੈ, ਕਿਉਂਕਿ ਪ੍ਰੈਸ ਨੂੰ ਜੇ ਆਪਾਂ ਕਿਸੇ ਵੀ ਜਮਹੂਰੀਅਤ ਦੀ ਜਦੋਂ ਗੱਲ ਕਰਿਆ ਕਰਦੇ ਤੇ ਉਹਦਾ ਚੌਥਾ ਥੰਮ ਅਸੀਂ ਮੰਨਦੇ ਆ ਰਹੇ ਹਾਂ ਕਿ ਕਿਸੇ ਡੈਮੋਕ੍ਰੇਸੀ ਨੂੰ ਚੱਲਦੇ ਰੱਖਣ ਦੇ ਵਿੱਚ, ਉਸ ਨੂੰ ਜ਼ਿਆਦਾ ਹੋਰ ਸਟਰੋਂਗ ਕਰਨ ਦੇ ਵਿੱਚ ਤੇ ਉਹਦੀਆਂ ਊਣਤਾਈਆਂ ਨੂੰ ਅੱਗੇ ਲਿਆ ਕੇ ਰੱਖਣ ਦੇ ਵਿੱਚ ਇਹ ਜਿਹੜਾ ਚੌਥਾ ਥੰਮ ਹੈ ਉਹਦਾ ਬਹੁਤ ਵੱਡਾ ਰੋਲ ਆ, ਉਹਦੀ ਬੜੀ ਵੱਡੀ ਭੂਮਿਕਾ ਹੈ। ਔਰ ਇਸ ਭੂਮਿਕਾ ਨੂੰ ਲਗਾਤਾਰ ਉਸ ਸਮੇਂ ਤੋਂ ਨਿਭਾਇਆ ਜਾ ਰਿਹਾ। ਬੇਸ਼ੱਕ ਅਸੀਂ ਪ੍ਰੈਸ ਨੂੰ, ਜਿਹੜੀ ਮਾਡਰਨ ਪ੍ਰੈਸ ਦੀ ਜਦੋਂ ਗੱਲ ਕਰਦੇ ਹਾਂ, ਜਿਸ ਢੰਗ ਦੇ ਨਾਲ ਅਖਬਾਰਾਂ ਜਾਂ ਮੈਗਜ਼ੀਨਸ ਛਪਦੇ ਨੇ, ਉਹ ਭਾਵੇਂ ਕਈ ਸੈਂਚਰੀਜ਼ ਪਹਿਲਾਂ ਉਸ ਤਰ੍ਹਾਂ ਦੇ ਨਹੀਂ ਸੀ, ਲੇਕਿਨ ਜਿਹੜੀ ਸੂਚਨਾ ਪਹੁੰਚਾਉਣ ਦਾ ਕੰਮ ਆ ਜਿਹੜਾ ਫਿਰ ਵੀ ਕੀਤਾ ਜਾਂਦਾ ਸੀ, ਉਦੋਂ ਜ਼ਿਆਦਾ ਵਕਤ ਲੱਗਿਆ ਕਰਦਾ ਸੀ। ਤਾਂ ਉਹ ਜਿਹੜੇ ਇਹ ਸਿਲਸਿਲਾ ਹੈ, ਕਿਉਂਕਿ ਅਸੀਂ ਇਹਨਾਂ ਕੰਟਰੀਜ਼ ਦੇ ਵਿੱਚ ਜਿੱਥੇ ਜਿੱਥੇ ਅਸੀਂ ਜਮਹੂਰੀਅਤ ਦਾ ਬੋਲਬਾਲਾ ਹੈ ਤੇ ਉੱਥੇ ਪ੍ਰੈਸ ਦੀ ਫਰੀਡਮ ਦੀ ਗੱਲ ਕਰਨੀ ਬਹੁਤ ਜ਼ਰੂਰੀ ਬਣ ਜਾਂਦੀ ਹੈ। ਤਾਂ ਇਸੇ ਕਰਕੇ ਯੂਨਾਈਟਿਡ ਨੇਸ਼ਨਸ ਨੇ, ਸੰਯੁਕਤ ਰਾਸ਼ਟਰ ਨੇ ਪਿਛਲੇ ਲਗਭਗ 30 ਸਾਲ ਤੋਂ ਇਸ ਨੂੰ ਅੱਜ ਦੇ ਦਿਨ ਨੂੰ 3 ਮਈ ਨੂੰ ਵਰਲਡ ਪ੍ਰੈਸ ਫਰੀਡਮ ਦਾ ਨਾਮ ਦੇ ਕੇ ਮਨਾਉਣ ਦੇ ਵਾਸਤੇ ਕਿਹਾ। ਔਰ ਗਲੋਬਲ ਲੈਵਲ ਤੇ ਜਰਨਲਿਸਟਾਂ ਦੀਆਂ ਜਿਹੜੀਆਂ ਐਸੋਸੀਏਸ਼ਨਸ ਨੇ, ਉਹਨਾਂ ਦੇ ਸੰਗਠਨ ਨੇ, ਉਹਨਾਂ ਦੇ ਵੱਲੋਂ ਕਾਨਫਰੰਸਿਸ ਕੀਤੀਆਂ ਜਾਂਦੀਆਂ ਨੇ, ਉਹਨਾਂ ਦੇ ਵੱਲੋਂ ਇਹ ਤਹਈਆ ਕੀਤਾ ਜਾਂਦਾ ਮੁੜ ਤੋਂ ਕਿ ਵੀ ਅਸੀਂ ਜਿਹੜੀ ਪ੍ਰੈਸ ਹੈ ਜਿਹਦੇ ਲਈ ਅਸੀਂ ਕੰਮ ਕਰਦੇ ਹਾਂ, ਅਖਬਾਰਾਂ ਨੇ, ਉਹਨਾਂ ਦੀ ਆਜ਼ਾਦੀ ਦੇ ਵਾਸਤੇ ਲਗਾਤਾਰ ਅਸੀਂ ਪਹਿਰਾ ਦੇਵਾਂਗੇ। ਔਰ ਪਹਿਰਾ ਦੇਣ ਦੇ ਵਾਸਤੇ ਅੱਜ ਦੇ ਦਿਨ ਖਾਸ ਤੌਰ ਤੇ, ਕਿਉਂਕਿ ਬਾਕੀ ਦੇ ਜਿਹੜੇ ਦਿਨ ਨੇ ਉਹ ਲਗਭਗ ਹਰ ਇੱਕ ਦਿਨ ਹੀ ਹੈ ਜਿਹੜਾ ਹੁਣ ਯੂਨਾਈਟਿਡ ਨੇਸ਼ਨਸ ਦੇ ਵੱਲੋਂ ਇੰਟਰਨੈਸ਼ਨਲ ਡੇ ਤੇ ਮੁਕਰਰ ਕਰ ਦਿੱਤਾ ਗਿਆ, ਤਾਂ ਕਿ ਉਸ ਦਿਨ ਦੀ ਮਹੱਤਤਾ ਹੈ ਜਿਹੜੀ ਉਹ ਲੋਕਾਂ ਤੱਕ ਪੁੱਜਦੀ ਕੀਤੀ ਜਾ ਸਕੇ। ਉਸ ਦਿਨ ਜਿਹੜਾ ਵੀ ਦਿਨ ਹੈ ਉਹਦੇ ਚੈਲੰਜਸ ਕਿਹੜੇ ਨੇ ਕਿ ਆਇਆ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ 21ਵੀਂ ਸਦੀ ਦੇ ਵਿੱਚ ਜਦੋਂ ਅਸੀਂ ਲੰਘ ਰਹੇ ਹਾਂ ਤੇ ਜਦੋਂ ਅਸੀਂ ਆਮ ਕਰਕੇ ਬਹੁਤ ਵੱਡੀ ਆਜ਼ਾਦੀ ਦੀ ਗੱਲ ਕਰਦੇ ਹਾਂ, ਖਾਸ ਤੌਰ ਤੇ ਅਸੀਂ ਖੁਸ਼ਕਿਸਮਤ ਹੈ ਜਿਹੜੇ ਕੈਨੇਡਾ ਵਰਗੇ ਮੁਲਕ ਦੇ ਵਿੱਚ ਬੈਠੇ ਹੋਏ ਆ ਤੇ ਇੱਥੇ ਆਜ਼ਾਦੀ ਦੀ ਗੱਲ ਕਰਨੀ ਬੜੀ ਸੁਖਾਲੀ ਲੱਗਦੀ ਹੈ, ਜਦੋਂ ਕਿ ਉਹਨਾਂ ਮੁਲਕਾਂ ਦੇ ਬਾਰੇ ਸੋਚੀਏ ਜਿੱਥੇ ਕਿ ਸ਼ਾਇਦ ਇੱਕ ਲਫ਼ਜ਼ ਵੀ ਮੂੰਹ ਦੇ ਵਿੱਚੋਂ ਕੱਢਿਆ ਤੇ ਤੁਹਾਡੀ ਉਹ ਮੌਤ ਦਾ ਕਾਰਨ ਬਣ ਸਕਦਾ। ਸੋ ਸਾਨੂੰ ਅਹਿਮੀਅਤ ਦਾ ਵੀ ਪਤਾ ਲੱਗਦਾ। ਤੋਂ ਅੱਜ ਦੇ ਦਿਨ ਵਰਲਡ ਪ੍ਰੈਸ ਫਰੀਡਮ ਵਾਲੇ ਦਿਨ ਇਹ ਜਿਹੜਾ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਕਿ ਉਹਦੇ ਤੇ ਜਾਗਰੂਕਤਾ ਲੈ ਕੇ ਆਂਦੀ ਜਾਵੇ, ਉਸ ਨੂੰ ਮਨਾਉਂਦਿਆਂ ਉਹਦੇ ਜਿਹੜੇ ਪਲੱਸਸ ਮਾਈਨਸਿਸ ਨੇ ਉਹਨਾਂ ਦਾ ਜ਼ਿਕਰ ਹੋਵੇ, ਤੇ ਜਿਹੜੀ ਪ੍ਰੈਸ ਫਰੀਡਮ ਹੈ ਉਸ ਨੂੰ ਕਿਹਨਾਂ ਲੋਕਾਂ ਵੱਲੋਂ ਰੋਕਿਆ ਜਾ ਰਿਹਾ ਉਹਦੇ ਬਾਰੇ ਗੱਲਬਾਤ ਕੀਤੀ ਜਾਵੇ। ਅੱਛਾ ਬਾਲ ਸਾਹਿਬ, ਜਦੋਂ ਬੇਸ਼ੱਕ ਚਲੋ ਨਾਮ ਦੇ ਤੌਰ ਦੇ ਉੱਤੇ ਤਾਂ ਪ੍ਰੈਸ ਵਰਡ ਯੂਜ਼ ਕੀਤਾ ਗਿਆ, ਬਟ ਇਹਦੇ 'ਚ ਸਾਰੀ ਤਰ੍ਹਾਂ ਦਾ ਮੀਡੀਆ ਆ ਜਾਂਦਾ, ਚਾਹੇ ਉਹ ਇਲੈਕਟ੍ਰੋਨਿਕ ਹੈ, ਚਾਹੇ ਉਹ ਪ੍ਰਿੰਟ ਹੈ, ਚਾਹੇ ਅੱਜ ਕੱਲ੍ਹ ਦੀ ਡੇਟ 'ਚ ਅਸੀਂ ਸੋਸ਼ਲ ਮੀਡੀਆ ਦੀ ਵੀ ਗੱਲ ਕਰ ਲਈਏ ਤਾਂ ਕਿਸੇ ਨਾ ਕਿਸੇ ਰੂਪ ਦੇ ਵਿੱਚ ਬੇਸ਼ੱਕ ਉਹਦੇ ਹੱਦਾਂ ਬੰਨੇ ਜਿਹੜੇ ਨੇ ਉਹਦੇ ਉੱਤੇ ਸਵਾਲ ਹਮੇਸ਼ਾ ਹੀ ਖੜਾ ਰਿਹਾ। ਪਰ ਫਿਰ ਵੀ ਜਦੋਂ ਅਸੀਂ ਆਜ਼ਾਦੀ ਦੀ ਗੱਲ ਕਰਦੇ ਹਾਂ ਤਾਂ ਇਹ ਵੀ ਨਾਲ ਹੀ ਦੂਜੇ ਪਾਸੇ ਗੱਲ ਕੀਤੀ ਜਾਂਦੀ ਹੈ ਕਿ ਹਰ ਇੱਕ ਦੀ ਜਿਹੜੀ ਆਜ਼ਾਦੀ ਹੈ ਉਹਦੀ ਵੀ ਇੱਕ ਲਿਮਿਟ ਹੈ, ਉਹਦੀ ਵੀ ਇੱਕ ਮਰਿਆਦਾ ਹੈ, ਉਹਦੀ ਵੀ ਇੱਕ ਬਾਉਂਡਰੀ ਹੈ ਕਿ ਇਹ ਤਾਂ ਨਹੀਂ ਅਸੀਂ ਕਹਿ ਸਕਦੇ ਕਿ ਆਜ਼ਾਦੀ ਦਾ ਮਤਲਬ ਜਾਂ ਫਰੀਡਮ ਦਾ ਮਤਲਬ ਜੋ ਮਰਜ਼ੀ ਕਰ ਲਿਆ ਜਾਵੇ। ਇਸ ਗੱਲ 'ਤੇ ਬਾਲ ਸਾਹਿਬ ਤੁਹਾਡੇ ਕੀ ਕੌਮੈਂਟ ਨੇ? ਬੜੀ ਪਿਆਰੀ ਗੱਲ ਹੈ ਜੀ। ਅੱਜ ਡਾਕਟਰ ਸਾਹਿਬ ਬਣਾਉਣ ਤੋਂ ਪਹਿਲਾਂ ਆਪਾਂ ਪੰਚਮ ਪਾਤਸ਼ਾਹ ਦੇ ਪੁਰਬ ਦੀ ਗੱਲ ਕੀਤੀ ਹੈ। ਹਾਂਜੀ। ਤੇ ਪਰਸੋਂ 1 ਤਰੀਕ ਨੂੰ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਪੁਰਬ ਸੀਗਾ ਜੀ। ਜੀ। ਤੇਗ ਬਹਾਦਰ ਸਾਹਿਬ ਦਾ, ਗੁਰੂ ਸਾਹਿਬ ਦਾ ਉਹਨਾਂ ਦਾ ਬੜਾ ਪਿਆਰਾ ਸ਼ਲੋਕ ਹੈ, ਭੈ ਕਾਹੂ ਕੋ ਦੇਤ ਨਾ ਮੈਂ ਨਾ ਭੈ ਮਾਨਤ ਆਨ, ਵੀ ਨਾ ਕਿਸੇ ਨੂੰ ਡਰਾਉਣਾ ਤੇ ਨਾ ਕਿਸੇ ਤੋਂ ਡਰਨਾ। ਇਹਦਾ ਵੀ ਮਤਲਬ ਇਹ ਆ ਵੀ ਦੂਜਿਆਂ ਦਾ ਸਤਿਕਾਰ ਕਰੋ, ਫੀਅਰ ਨਾਟ ਫੀਅਰ ਨਨ, ਦੂਜਿਆਂ ਦਾ ਸਤਿਕਾਰ ਕਰੋ ਤੇ ਆਪ ਜਿੰਨਾ ਤੁਸੀਂ ਐਕਸਪੈਕਟ ਕਰਦੇ ਹੋ ਓਨਾ ਹੀ ਕਰੋ। ਇਸ ਕਰਕੇ ਐਵੇਂ ਕਿਸੇ ਦੇ ਕੱਪੜੇ ਲਾਈ ਜਾਣੇ
ਬਗੈਰ ਕਿਸੇ ਮਤ ਤੋਂ ਕੁਝ ਸਰਟਨ ਜਿਹੜਾ ਉਹ ਆਪਣੇ ਲੈ ਕੇ ਕਿਸੇ ਰੰਜਿਸ਼ ਨੂੰ ਲੈ ਕੇ, ਕਿਸੇ ਵਡਾਟੇ ਨੂੰ ਲੈ ਕੇ ਜਾਂ ਕਿਸੇ ਦੇ ਮਗਰ ਲੱਗ ਕੇ ਉਹ ਜਿਹੜੀ ਆਪਣੀ ਕਲਮ ਨੂੰ ਜਾਂ ਆਪਣੇ ਤੁਸੀਂ ਮਾਈਕ ਨੂੰ ਯੂਜ਼ ਕਰਨਾ ਜਾਂ ਹੋਰ ਬਹੁਤ ਸਾਰੇ ਸਾਧਨ ਨੇ ਅੱਜ ਕੱਲ੍ਹ, ਉਹ ਵੀ ਗੱਲ ਠੀਕ ਨਹੀਂ ਹੈ। ਸਤਿਕਾਰ ਤੇ ਦੁਨੀਆ 'ਚ ਤਾਂ ਹੀ ਬਣਨਾ ਇੱਕ ਦੂਜੇ ਦਾ ਕਰਾਂਗੇ ਜੀ ਜਦੋਂ ਇੱਕ ਦੂਜੇ ਦਾ ਫਿਰ ਆਪਾਂ ਇੱਕ ਦੂਜੇ ਦੇ ਗੱਲ ਨੂੰ ਹੱਥ ਪਾਉਣ ਲੱਗ ਪਏ, ਤੇ ਫਿਰ ਜਦੋਂ ਦੂਸਰੇ ਦਾ ਸਮਾਂ ਆਇਆ ਉਹਨੇ ਵੀ ਇਸੇ ਤਰ੍ਹਾਂ ਹੀ ਕਰਨੀ ਹੈ ਜੀ। ਸੋ ਮੈਂ ਸਮਝਦਾ ਕਿ ਆਜ਼ਾਦੀ, ਜਿਵੇਂ ਤੁਸੀਂ ਕਿਹਾ, ਬਿਲਕੁਲ ਉਹ ਆਜ਼ਾਦੀ ਤੇ ਉਹ ਆਪਾਂ ਕਹਾਣੀ ਬਹੁਤ ਵਾਰੀ ਸੁਣੀ ਹੈ ਕਿ ਤੇਰੀ ਆਜ਼ਾਦੀ ਜਿਹੜੀ ਉਹ ਮੇਰੇ ਨੱਕ ਤੱਕ ਸੀਮਤ ਹੈ, ਉਦੋਂ ਅੱਗੇ ਫਿਰ ਜਿਹੜੀ ਉਹ ਆਜ਼ਾਦੀ ਨਹੀਂ ਹੈ। ਸੋ ਮੈਂ ਸਮਝਦਾ ਕਿ ਸਾਨੂੰ ਇੱਕ ਦੂਜੇ ਦਾ ਸਤਿਕਾਰ ਵੀ ਕਰਨਾ ਚਾਹੀਦਾ ਹੈ, ਤੇ ਸਰਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਣੀ ਧੌਂਸ ਦੇ ਥੱਲੇ, ਆਪਣੀ ਹੈਂਕੜ ਦੇ ਥੱਲੇ, ਆਪਣੀ ਪਾਵਰ ਦੇ ਥੱਲੇ, ਆਪਣੀ ਬੁਰਸ਼ਾਗਰਦੀ ਦੇ ਥੱਲੇ ਜਿਹੜੇ ਕੁਝ ਲੋਕ ਇਹ ਪ੍ਰੈਸ ਦੀ ਫਰੀਡਮ ਲਈ ਜਾਂ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕਰਦੇ ਨੇ, ਲੋਕਾਂ ਦੀ ਭਲਾਈ ਲਈ ਕਰਦੇ ਨੇ, ਉਹਨਾਂ ਨੂੰ ਅਨਨੈਸੈਸਰੀ ਉਹਨਾਂ ਨੂੰ ਟੌਰਚ ਨਾ ਕੀਤਾ ਜਾਵੇ ਤੇ ਕਤਲ ਨਾ ਕੀਤਾ ਜਾਵੇ। ਅੱਛਾ ਡਾਕਟਰ ਸਾਹਿਬ, ਜਿਹੜੇ ਫਰੀਡਮ ਦੇ ਨਾਮ ਦੇ ਥੱਲੇ ਕਈ ਵਾਰ ਸਾਡੀ ਇਸ ਆਜ਼ਾਦੀ ਦੀ ਦੁਰਵਰਤੋਂ ਵੀ ਕੀਤੀ ਜਾਂਦੀ ਹੈ, ਪਰ ਨਾਲ ਦੀ ਨਾਲ ਕਈ ਵਾਰ ਅਸੀਂ ਦੇਖਿਆ ਕਿ ਇਹ ਜਿਹੜਾ ਪ੍ਰੋਫੈਸ਼ਨ ਹੈ ਬੜਾ ਇੱਕ ਸਤਿਕਾਰਤ, ਇੱਕ ਬੜਾ ਬਹੁਤ ਮਾਇਨਾਜ਼ ਅਤੇ ਬੜਾ ਇਹਨੂੰ ਕਹਿ ਲਈਏ ਕਿ ਬੜਾ ਸੂਖਮ ਇੱਕ ਪ੍ਰੋਫੈਸ਼ਨ ਹੈ, ਜਿਹਦੇ ਵਿੱਚ ਤੁਸੀਂ ਲੋਕਾਂ ਦੇ ਵਿਚਾਰ ਬਣਾਉਣ ਅਤੇ ਬਦਲਣ ਦੇ ਵਿੱਚ ਇੱਕ ਅਹਿਮ ਭੂਮਿਕਾ ਨਿਭਾਉਂਦੇ ਹੋ। ਅਤੇ ਉਸ ਵੇਲੇ ਜਦੋਂ ਮੈਨੂਪੂਲੇਟ ਕੀਤਾ ਜਾਂਦਾ ਹੈ, ਜਦੋਂ ਉਹਦੇ 'ਚ ਪ੍ਰੋਗਰਾਮਿੰਗ ਕਰ ਦਿੱਤੀ ਜਾਂਦੀ ਹੈ, ਉਹਦੇ ਵਿੱਚ ਉਹਨਾਂ ਨੂੰ ਥਾਟਸ ਨੂੰ ਡਿਲਿਊਟ ਕਰ ਦਿੱਤਾ ਜਾਂਦਾ ਹੈ ਜਦੋਂ ਤੱਕ ਉਹ ਐਂਡ ਯੂਜ਼ਰ ਤੱਕ ਪਹੁੰਚਣੇ ਆ, ਉਹਦੇ 'ਚ ਜ਼ਿੰਮੇਵਾਰੀ ਫਿਰ ਤੁਸੀਂ ਸਿਸਟਮ ਦੀ ਮੰਨਦੇ ਹੋ ਜਾਂ ਉਹ ਜਿਹੜੇ ਵਾਹਕ ਬਣਦੇ ਆ ਜਾਂ ਮੀਡੀਆ ਬਣਦਾ ਜਿਹੜਾ ਉਹਨਾਂ ਮੈਸੇਜਿਸ ਨੂੰ ਅੱਗੇ ਤੱਕ ਪਹੁੰਚਦਾ ਕਰਨ ਦੇ ਲਈ ਜ਼ਿੰਮੇਵਾਰੀ ਕਿੱਥੇ ਦੇਖਦੇ ਹੋ? ਹਰਿੰਦਰ, ਇੱਕ ਗੱਲ ਇਸ ਤੋਂ ਪਹਿਲਾਂ ਕਿ ਆਪਾਂ ਆਹ ਵਾਲਾ ਸਵਾਲ ਦਾ ਜਵਾਬ ਦਈਏ, ਮੈਂ ਜਿਹੜੀ ਤੁਸੀਂ ਪਹਿਲਾਂ ਗੱਲ ਕੀਤੀ ਸੀ ਉਹਦੇ ਤੇ ਇੱਕ ਕਮੈਂਟ ਕਰਦੇ ਕਿ ਜ਼ਿਆਦਾਤਰ ਅਜੇ ਤੱਕ ਅਸੀਂ ਜੇ ਬਹੁਤ ਸਟ੍ਰਿਕਟ ਡੈਫੀਨੇਸ਼ਨ ਜਾਂ ਉਸ ਪਰਿਭਾਸ਼ਾ ਦੀ ਗੱਲ ਕਰਨੀ ਪ੍ਰੈਸ ਦੀ, ਤੇ ਫਿਰ ਅਸੀਂ ਜਿਹੜਾ ਮੀਡੀਆ ਜਿਹਦੇ ਵਿੱਚ ਇਲੈਕਟ੍ਰੋਨਿਕ ਮੀਡੀਆ, ਸੋਸ਼ਲ ਮੀਡੀਆ ਨਾ, ਉਹਨੂੰ ਨਹੀਂ ਗਿਣਦੇ। ਅਸੀਂ ਉਹ ਲੂਜ਼ ਟਰਮ ਅਸੀਂ ਵਰਤ ਲੈਂਦੇ ਹਾਂ ਕਿ ਸਾਰਾ ਕੁਛ, ਅਸੀਂ ਸਾਰਾ ਕੁਛ ਦੀ ਨਹੀਂ ਗੱਲ ਕਰ ਸਕਦੇ। ਆਪਾਂ ਸਿਰਫ ਜਦੋਂ ਪ੍ਰੈਸ ਦੀ ਗੱਲ ਕਰਦੇ ਹਾਂ, ਜਿਹੜਾ ਪ੍ਰਿੰਟਿੰਗ ਪ੍ਰੈਸ ਦੇ ਰਾਹੀਂ ਜਿਹੜੀ ਚੀਜ਼ ਛਪਦੀ ਹੈ, ਉਹ ਭਾਵੇਂ ਇੱਕ ਅਖਬਾਰ ਦੇ ਸ਼ਕਲ ਦੇ ਵਿੱਚ ਹੈ, ਉਹ ਰੋਜ਼ਾਨਾ ਅਖਬਾਰ ਹੈ, ਹਫ਼ਤਾਵਾਰੀ ਹੈ ਜਾਂ 2 ਹਫ਼ਤੇ ਬਾਅਦ ਹੈ ਜਾਂ ਮਹੀਨਾਵਾਰੀ ਹੈ। ਇਸੇ ਤਰ੍ਹਾਂ ਜਿਹੜੇ ਕੋਈ ਰਸਾਲੇ ਨੇ, ਮੈਗਜ਼ੀਨਸ ਨੇ ਜਾਂ ਕੋਈ ਇਸ ਤਰ੍ਹਾਂ ਦੇ ਲੀਫਲੈਟਸ ਛਪਦੇ ਨੇ, ਜਿਨ੍ਹਾਂ ਦੇ ਰਾਹੀਂ ਇੱਕ ਪਾਸੇ ਤੋਂ ਦੂਸਰੇ ਪਾਸੇ ਤੱਕ ਜਾਣਕਾਰੀ ਉਹ ਮੁਹੱਈਆ ਕੀਤੀ ਜਾਂਦੀ ਹੈ ਇਸ ਸੋਰਸ ਦੇ ਰਾਹੀਂ। ਉਹਨੂੰ ਅਸੀਂ ਪ੍ਰੈਸ ਅੱਜ ਦੇ ਦਿਨ 'ਤੇ ਗਿਣਦੇ ਹਾਂ ਖਾਸ ਤੌਰ 'ਤੇ। ਸੋ ਮੈਂ ਚਾਹਾਂਗਾ ਕਿ ਵੀ ਇਹਨੂੰ, ਕਿਉਂਕਿ ਨਹੀਂ ਤਾਂ ਫਿਰ ਇਹ ਬਹੁਤ ਵੱਡਾ ਦਾਇਰਾ ਹੋ ਜਾਂਦਾ ਜੇ ਅਸੀਂ ਇਲੈਕਟ੍ਰੋਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਵੀ ਵਿੱਚ ਇਨਕਲੂਡ ਕਰ ਲਵਾਂਗੇ, ਅਤੇ ਉਹ ਫਿਰ ਸਾਡੇ ਲਈ ਬਹੁਤ ਉਹਦੀਆਂ ਆਪਣੀਆਂ ਡਾਇਮੈਂਸ਼ਨਸ ਉਹਦੀਆਂ ਵੱਖਰੀਆਂ ਨੇ, ਉਹਦੇ ਚੈਲੰਜਸ ਵੱਖਰੇ ਨੇ, ਉਹਦਾ ਜਿਹੜਾ ਕੰਮ ਕਰਨ ਦਾ ਢੰਗ ਤਰੀਕਾ ਤਾਂ ਉਹ ਵੱਖਰਾ ਹੈ। ਸੋ ਇਹਨੂੰ ਆਪਾਂ ਬਹੁਤਾ ਅੱਜ ਆਪਾਂ ਜਿਹੜੀ ਹੈ ਪ੍ਰੈਸ ਨੂੰ ਉੱਥੇ ਤੱਕ ਹੀ ਰੱਖਾਂਗੇ ਸੀਮਿਤ, ਕਿ ਜਿਹੜੀ ਵਰਲਡ ਪ੍ਰੈਸ ਫਰੀਡਮ ਦੀ ਗੱਲ ਕੀਤੀ ਜਾਂਦੀ ਹੈ ਮੁੱਖ ਤੌਰ 'ਤੇ ਅਖਬਾਰਾਂ ਅਤੇ ਮੈਗਜ਼ੀਨ ਤੱਕ। ਠੀਕ ਹੈ ਜੀ। ਅਤੇ ਉਹਦੇ 'ਚ ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਨਾ, ਜ਼ਿੰਮੇਵਾਰੀ ਇੱਕ ਲੈਵਲ 'ਤੇ ਨਹੀਂ ਹੈ, ਜ਼ਿੰਮੇਵਾਰੀ ਦਰਅਸਲ ਹਰ ਪੁਆਇੰਟ 'ਤੇ ਹੈ। ਜੇ ਅਸੀਂ ਪ੍ਰੈਸ ਦੇ ਤੌਰ 'ਤੇ ਗੱਲ ਕਰੀਏ ਤਾਂ ਉੱਥੇ ਇੱਕ ਪੱਤਰਕਾਰ ਦੀ ਜ਼ਿੰਮੇਵਾਰੀ, ਅਤੇ ਫਿਰ ਜਿਹੜੇ ਸੋਰਸ ਤੋਂ ਉਸ ਨੇ ਜਾਣਕਾਰੀ ਇਕੱਤਰ ਕਰਨੀ ਹੈ ਉਹਦੀ ਜਿਹੜੀ ਹੈ ਜ਼ਿੰਮੇਵਾਰੀ, ਕਿ ਕਿਸ ਜ਼ਿੰਮੇਵਾਰੀ ਦਾ ਅਹਿਸਾਸ ਲੈ ਕੇ ਉਸ ਆਪਣੀ ਸੰਸਥਾ ਨੂੰ, ਭਾਵੇਂ ਉਹ ਸਿਆਸੀ ਸੰਸਥਾ ਅਤੇ ਭਾਵੇਂ ਉਹ ਕੋਈ ਜਿਹੜੀ ਹੈਗੀ ਹੈ ਕਾਰਪੋਰੇਟ ਹੈ, ਉਹ ਵਰਲਡ ਹੈ, ਉਹ ਜਾਣਕਾਰੀ ਜੇ ਉਹ ਸਹੀ ਢੰਗ ਦੇ ਨਾਲ ਇੱਕ ਪੱਤਰਕਾਰ ਨੂੰ ਮੁਹੱਈਆ ਨਹੀਂ ਕਰੇਗਾ ਤਾਂ ਫਿਰ ਉਹਦੀ ਜਿਹੜੀ ਆਜ਼ਾਦੀ ਜਾਂ ਜਿਹੜੀ ਉਹਦੀ ਜ਼ਿੰਮੇਵਾਰੀ ਹੈ ਨਾ, ਉਹ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਣ ਦੇ ਵਿੱਚ ਉਹ ਇਨਸਾਫ ਨਹੀਂ ਕਰ ਸਕੇਗਾ, ਉਹ ਕਾਮਯਾਬ ਨਹੀਂ ਹੋ ਸਕੇਗਾ। ਸੋ ਜਿਹੜਾ ਸੋਰਸ ਹੈ, ਸੋਰਸ ਜਿੱਥੋਂ ਤੋਂ ਇਹ ਜਾਣਕਾਰੀ ਦਿੱਤੀ ਜਾਣੀ ਹੈ, ਸੋ ਉਹ ਵੀ ਅਗਰ ਜ਼ਿੰਮੇਵਾਰੀ ਹੈ, ਕਿਉਂਕਿ ਮੈਂ ਫਿਰ ਇੱਕ ਵਾਰੀ ਉਹ ਗੱਲ ਦੁਹਰਾ ਦਿਆਂ, ਜਿਹਦੇ ਕਰਕੇ ਪ੍ਰੈਸ ਦੀ ਫਰੀਡਮ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਕਰਕੇ ਪ੍ਰੈਸ ਦੀ ਮਹੱਤਤਾ ਜਿਹੜੀ ਉਹ ਕਾਇਮ ਹੈ ਜਾਂ ਕਾਇਮ ਰੱਖਣ ਦੇ ਵਾਸਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ, ਉਹ ਹੈ ਡੈਮੋਕ੍ਰੇਸੀ। ਅਲਟੀਮੇਟਲੀ ਜੇ ਅਸੀਂ ਕੋਈ ਡਿਕਟੇਟਰਸ਼ਿਪ ਹੈ, ਉੱਥੇ ਅਸੀਂ ਪ੍ਰੈਸ ਫਰੀਡਮ ਦੀ ਗੱਲ ਹੀ ਨਹੀਂ ਕਰਦੇ, ਕਿਉਂਕਿ ਉੱਥੇ ਇੱਕ ਆਮ ਬੰਦੇ ਦੇ ਜਿਹੜੇ ਹੱਕ ਹਕੂਕ ਨੇ ਉਹਨਾਂ ਤੋਂ ਉਹਨੂੰ ਵਾਂਝੇ ਰੱਖਿਆ ਜਾਂਦਾ, ਉਹਨਾਂ ਤੋਂ ਪਰੇ ਰੱਖਿਆ ਜਾਂਦਾ। ਅਤੇ ਜੇ ਆਮ ਨਾਗਰਿਕ ਨੂੰ ਉਹਦੇ ਬਣਦੇ ਅਧਿਕਾਰ ਨਹੀਂ ਦਿੱਤੇ ਜਾਂਦੇ, ਅਤੇ ਫਿਰ ਪ੍ਰੈਸ ਦੇ ਰਾਹੀਂ
ਤੇ ਉਹ ਹੋਰ ਕੀ ਦਿੱਤਾ ਜਾਣਾ, ਕਿਉਂਕਿ ਪ੍ਰੈਸ ਨੇ ਬੇਸਿਕਲੀ ਸਾਡੇ ਜਿਹੜੇ, ਅਸੀਂ ਹੁਣ ਫਿਰ ਕੈਨੇਡਾ ਤੇ ਆਪਾਂ ਕੰਸਨਟਰੇਟ ਕਰੀਏ, ਜਿਹੜਾ ਚਾਰਟਰ ਆਫ ਰਾਈਟਸ ਆ ਸਾਡਾ, ਉਹਦੇ ਵਿੱਚ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਆਜ਼ਾਦੀ ਦਿੱਤੀ ਜਾਂਦੀ ਹੈ। ਸੋ ਉਹ ਆਜ਼ਾਦੀ ਹੈ ਜਿਹੜੀ, ਉਸ ਨੂੰ ਬਰਕਰਾਰ ਰੱਖਣ ਦੇ ਵਿੱਚ ਪ੍ਰੈਸ ਦਾ ਆਪਣਾ ਰੋਲ ਹੈ, ਇੱਕ ਜ਼ਿੰਮੇਵਾਰੀ ਹੈ। ਉਹ ਹੁਣ ਤੁਹਾਡੀ ਗੱਲ ਕਿ ਆਇਆ ਉਸ ਜ਼ਿੰਮੇਵਾਰੀ ਨੂੰ ਇੱਕ ਪੱਤਰਕਾਰ ਵੀ ਨਿਭਾ ਰਿਹਾ ਕਿ ਨਹੀਂ ਨਿਭਾ ਰਿਹਾ, ਤੇ ਉਹ ਜ਼ਰੂਰੀ ਨਹੀਂ ਹੈ ਕਿ ਜੇ ਪੱਤਰਕਾਰ ਦਾ ਕਿਸੇ ਤੇ ਠੱਪਾ ਲੱਗ ਗਿਆ ਜਾਂ ਪ੍ਰੈਸ ਲਿਖਾਈ ਫਿਰਦਾ ਉਹ ਆਪਣੇ ਗੱਡੀ ਦੇ ਉੱਪਰ, ਤੇ ਇਹਦਾ ਮਤਲਬ ਇਹ ਨਹੀਂ ਕਿ ਉਹ ਆਪਣੀਆਂ ਬਾਕੀ ਦੀਆਂ ਜ਼ਿੰਮੇਵਾਰੀਆਂ ਤੋਂ ਉਹ ਮੁਕਤ ਹੋ ਗਿਆ, ਬਲਕਿ ਉਹਦੀ ਜ਼ਿੰਮੇਵਾਰੀ ਬਤੌਰ ਪੱਤਰਕਾਰ ਹੋਰ ਜ਼ਿਆਦਾ ਵੱਧ ਜਾਂਦੀ ਹੈ। ਉਹ ਇਸ ਕਰਕੇ ਕਿਉਂਕਿ ਆਮ ਨਾਗਰਿਕ ਨੇ ਜਿਹੜੇ, ਉਹਦੇ ਵੱਲੋਂ ਜਿਹੜੀ ਜਾਣਕਾਰੀ ਉਹਨਾਂ ਨੂੰ ਦਿੱਤੀ ਜਾਣੀ ਹੈ ਇਸ ਰੂਪ ਦੇ ਵਿੱਚ ਅਖਬਾਰਾਂ ਦੇ ਰਾਹੀਂ ਜਾਂ ਮੈਗਜ਼ੀਨਸ ਦੇ ਰਾਹੀਂ, ਉਹਦੇ ਤੇ ਉਹ ਇਤਬਾਰ ਕਰ ਸਕਣ। ਜਿਹੜਾ ਇਤਬਾਰ ਕਰਨਾ ਹੈ ਉਹ ਜ਼ਿੰਮੇਵਾਰੀ ਦੇ ਨਾਲ ਜਾ ਕੇ ਜੁੜਦਾ ਕਿ ਜੋ ਜ਼ਿੰਮੇਵਾਰੀ ਨਾਲ ਕੰਮ ਕਰਦਾ ਹੋਇਆ ਮਹਿਸੂਸ ਹੋਏਗਾ ਤੇ ਫਿਰ ਉਹਦੇ ਤੇ ਵੱਧ ਵਿਸ਼ਵਾਸ ਕੀਤਾ ਜਾਏਗਾ। ਉਹਦੇ ਤੇ ਵੱਧ ਵਿਸ਼ਵਾਸ ਕੀਤਾ ਜਾਏਗਾ ਤਾਂ ਉਹਦੀ ਚਰਚਾ ਵੱਧ ਹੋਏਗੀ, ਉਹਦੀ ਇੱਜ਼ਤ ਮਾਣ ਵੱਧ ਬਣੇਗੀ, ਜਿਹੜੀ ਕਿ ਹਮੇਸ਼ਾ ਉਸੇ ਸਮੇਂ ਤੇ ਜਿਹੜੀਆਂ ਪਾਵਰਸ ਨੇ, ਤੇ ਪਾਵਰ ਜਦੋਂ ਗੱਲ ਕਰਦੇ ਹਾਂ ਭਾਵੇਂ ਉਹ ਸਿਆਸੀ ਪਾਵਰ ਹੋਵੇ, ਭਾਵੇਂ ਉਹ ਇਕਨੋਮਿਕ ਪਾਵਰ ਹੋਵੇ, ਤੇ ਭਾਵੇਂ ਉਹ ਮਾਰਕੀਟਿੰਗ ਦੀ ਜਿਹੜੀ ਪਾਵਰ ਹੋਵੇ, ਜਿਹੜੀ ਕਿ ਅੱਜ ਕੱਲ੍ਹ ਉਸ ਤੋਂ ਮੂਵ ਹੋ ਕੇ ਕੁਛ ਹੱਥਾਂ ਦੇ ਵਿੱਚ ਚਲੀ ਗਈ ਹੈ। ਸੋ ਉਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਹੈ ਇੱਕ ਪੱਤਰਕਾਰ ਦੀ ਬਤੌਰ ਆਜ਼ਾਦਾਨਾ ਤੌਰ ਤੇ ਉਹ ਆਪਣਾ ਕੰਮ ਕਰੇ। ਤੇ ਅੱਗੇ ਆਪਾਂ ਚੱਲ ਕੇ ਚੈਲੰਜਸ ਦੀ ਗੱਲ ਕਰਾਂਗੇ। ਸੋ ਜ਼ਿੰਮੇਵਾਰੀ ਅਲੱਗ-ਅਲੱਗ ਸੋਰਸ ਤੇ ਅਲੱਗ-ਅਲੱਗ ਵਿਅਕਤੀ ਜਾਂ ਅਲੱਗ-ਅਲੱਗ ਸੰਸਥਾ ਦੀ ਉਸੇ ਤਰ੍ਹਾਂ ਕਾਇਮ ਰਹੇਗੀ। ਰਾਈਟ। ਅੱਛਾ, ਆਪਣੇ ਨਾਲ 1-2 ਕਾਲਰ ਨੇ ਜੀ। ਬਿਫੋਰ ਕਿ ਆਪਾਂ ਬਲ ਸਾਹਿਬ ਦਾ ਕਮੈਂਟ ਵੀ ਲਈ, ਆਪਾਂ ਕਾਲਸ ਲੈ ਲੈਣੇ 5-7 ਮਿੰਟ ਦੇ ਵਿੱਚ ਅਸੀਂ ਵਾਈਂਡ ਅਪ ਕਰ ਦੇਣੀ ਜੀ ਵੈਸੇ ਇਹ ਗੱਲਬਾਤ। ਹਾਂਜੀ, ਕਾਲਰ ਨੇ ਸਾਡੇ 51 ਸ਼ਾਇਦ ਸਾਡੀ ਇਸ ਗੱਲਬਾਤ ਤੇ ਕੁਝ ਕਮੈਂਟ ਕਰਨਾ ਚਾਹੁੰਦੇ ਹੋਣ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਸੁੱਖੀ ਢਿੱਲੋਂ ਆ, ਰਜਿੰਦਰ, ਤੇ ਜੀ ਢਿੱਲੋਂ ਸਾਹਿਬ ਬੈਠੇ ਆ ਤੇ ਨਾਲ ਡਾਕਟਰ ਸਾਹਿਬ ਬੈਠੇ ਆ। ਬੜੇ ਲੱਭ ਕੇ ਲਿਆਏ ਪਤਵੰਤੇ ਸੱਜਣ ਤੁਸੀਂ ਜੀ, ਜਿਨ੍ਹਾਂ ਕੋਲ ਬੜਾ ਐਕਸਪੀਰੀਅੰਸ ਆ। ਪਰ ਮੇਰਾ ਤੇ ਕੁਐਸਚਨ ਇੰਨਾ ਗਿਆ, ਦੱਸੋ ਇਹ ਜ਼ਰੂਰ ਦੱਸੋ ਕਿ ਜਿੱਦਾਂ ਵਕੀਲ ਕੋਈ ਗਲਤੀ ਕਰਦਾ ਉਹਨੂੰ ਜਾਂ ਤੇ ਕੋਰਟ ਕਿਤੇ ਨਾ ਕਿਤੇ ਫੜ ਲੈਂਦੀ ਵੀ ਆਹ ਮਿਸਟੇਕ ਕੀਤੀ ਆ, ਜਾਤੀ ਕੀਤੀ ਆ, ਕੀਤਾ। ਜੇ ਨਹੀਂ ਵੀ ਕਰਦੀ ਤੇ ਕਮ ਸੇ ਕਮ ਇਹਨਾਂ ਦੀ ਆਪਣੀ ਜਿਹੜੀ ਬਾਰ ਐਸੋਸੀਏਸ਼ਨ ਆ ਉਹ ਹੈ, ਉਹਨਾਂ ਨੂੰ ਫੜ ਲੈਂਦੀ ਆ। ਕਿ ਪੱਤਰਕਾਰੀ ਵਿੱਚ ਵੀ ਕੋਈ ਏਦਾਂ ਦਾ ਹੋ ਸਕਦਾ? ਦੇਖੋ, ਉਹੋ ਹੀ ਖਬਰਾਂ ਕੁਛ ਮੀਡੀਆ ਕਿਸ ਤਰ੍ਹਾਂ ਲਾ ਰਿਹਾ, ਉਹੋ ਹੀ ਖਬਰਾਂ ਕੁਛ ਹੋਰ ਲਾ ਰਿਹਾ। ਤੁਹਾਡੇ ਉੱਤੇ ਕੋਈ ਵੀ ਹੈ ਨੀਗਾ ਬੈਰੀਅਰ ਵੀ ਜਿਹੜਾ ਫੜ ਸਕੇ ਵੀ ਭਾਈ ਸੱਚੋ ਸੱਚ ਦੱਸੋ ਕਿਹੜੇ ਸੋਰਸ ਤੋਂ ਆਈ ਆ, ਕਿਵੇਂ ਆਈ ਆ, ਕੋਈ ਇਹਦੇ ਤੇ ਜ਼ਰੂਰ ਦੱਸਿਓ। ਕੁਛ ਨਹੀਂ ਹੈਗਾ, ਕੋਈ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈਗੀ। ਪੱਤਰਕਾਰ ਜੋ ਮਰਜ਼ੀ ਲਿਖੀ ਜਾਵੇ, ਭਾਵੇਂ ਗਲਤ ਲਿਖੀ ਜਾਵੇ, ਸਹੀ ਲਿਖੀ ਜਾਵੇ, ਇਹ ਜ਼ਰੂਰ ਦੱਸਿਓ ਜੀ। ਥੈਂਕ ਯੂ ਵੈਰੀ ਮੱਚ। ਬਹੁਤ ਮਿਹਰਬਾਨੀ ਢਿੱਲੋਂ ਸਾਹਿਬ, ਥੈਂਕ ਯੂ। ਤੇ ਸਿਰਫ 10 ਸੈਕਿੰਡ ਦਾ ਇੱਕ ਸਟੇਸ਼ਨ ID ਦਾ ਮੈਸੇਜ ਲੈ ਕੇ ਫਿਰ ਅਸੀਂ ਇਸ ਗੱਲਬਾਤ ਨੂੰ ਕਰਦੇ ਹਾਂ, ਤੇ ਨਾਲ 2 ਕਾਲਰ ਹੋਰ ਨੇ, ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਹਾਂ। You're listening to CIRF 1350 AM Brampton, Radio Humsafar. ਜੀ ਦੋਸਤੋ, 1350 AM ਦੇ ਉੱਪਰ ਸਮਾਂ ਇਸ ਵੇਲੇ 3 ਵੱਜ ਚੁੱਕੇ ਨੇ, ਤੇ ਡਾਕਟਰ ਬਲਵਿੰਦਰ ਅਤੇ ਨਾਲ ਦੀ ਨਾਲ ਸਰਦਾਰ ਇੰਦਰਜੀਤ ਸਿੰਘ ਬਲ ਹੋਰੀ ਮੇਰੇ ਨਾਲ ਨੇ ਇਸ ਵੇਲੇ। ਡਾਕਟਰ ਸਾਹਿਬ ਦੇ ਨਾਲ ਜਿਹੜੀ ਗੱਲਬਾਤ ਚੱਲ ਰਹੀ ਸੀ ਔਰ ਬਲ ਸਾਹਿਬ ਦੇ ਨਾਲ ਉਹਨੂੰ ਵੀ ਕੰਟੀਨਿਊ ਰੱਖਾਂਗੇ। ਔਰ ਜਿਹੜੇ ਕਾਲਰਸ ਨੇ, 2 ਕਾਲਸ ਨੇ, ਇਸ ਤੋਂ ਬਾਅਦ ਮੈਂ ਬੇਨਤੀ ਕਰਦਾ ਇਹੀ 2 ਕਾਲਸ ਲੈ ਕੇ ਫਿਰ ਅਸੀਂ ਵਾਈਂਡ ਅਪ ਕਰ ਦੇਣਾ। ਇੱਕ ਚੀਜ਼ ਹੋਰ ਕਲੀਅਰ ਇੱਥੇ ਕਰ ਦਿੰਦੇ ਹਾਂ ਕਿ ਕੋਈ ਅਸੀਂ ਜਦੋਂ ਡਾਕਟਰ ਸਾਹਿਬ ਤੁਸੀਂ ਵੀ ਮੈਨੂੰ ਕਰੈਕਟ ਕਰ ਦਿਓ ਜੇ ਮੈਂ ਰੋਂਗ ਹੋਇਆ, ਤਾਂ ਵਰਲਡ ਪ੍ਰੈਸ ਫਰੀਡਮ ਡੇ 'ਤੇ ਜੇ ਗੱਲ ਕਰ ਰਹੇ ਹਾਂ ਤਾਂ ਇਹਦਾ ਮਤਲਬ ਕਿਤੇ ਇਹ ਨਾ ਲਿਆ ਜਾਵੇ ਕਿ ਅਸੀਂ ਸਿਰਫ ਔਰ ਸਿਰਫ ਜਿਹੜਾ ਜੀ ਇਸ ਗੱਲ ਦੇ ਤੌਰ ਦੇ ਉੱਤੇ ਇਹਨੂੰ ਜ਼ਿਕਰ ਕਰਨ ਦੇ ਲਈ ਛੇੜ ਲਈਏ ਕਿ ਸਿਰਫ ਅਸੀਂ ਪ੍ਰੈਸ ਦੀ ਜ਼ਿੰਮੇਵਾਰੀ ਨੂੰ ਐਕਚੁਅਲ ਦਿਖਾਉਣ ਦੇ ਲਈ ਜਾਂ ਉਹ ਕੀ ਆ ਉਹਦੇ 'ਤੇ ਹੀ ਸਾਰਾ ਫੋਕਸ ਰੱਖ ਲਈਏ। ਉਹਨੂੰ ਜਿਹੜੀਆਂ ਚੀਜ਼ਾਂ ਪ੍ਰਭਾਵਿਤ ਕਰਦੀਆਂ ਜਾਂ ਜਿਹੜੇ ਚੈਲੰਜਸ ਜਿਵੇਂ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ, ਆਪਾਂ ਉਹਨਾਂ ਨੂੰ ਵੀ ਖਿਆਲ 'ਚ ਰੱਖਣਾ ਪੈਣਾ। ਕਿਵੇਂ ਇਨਫਲੂਐਂਸ ਕੀਤਾ ਜਾਂਦਾ ਹੈ, ਚਾਹੇ ਉਹ ਫਾਈਨੈਂਸ਼ੀਅਲ ਰੂਪ ਦੇ ਵਿੱਚ ਹੈ, ਚਾਹੇ ਉਹ ਧਮਕੀਆਂ ਦੇ ਰੂਪ ਦੇ ਵਿੱਚ ਹੈ, ਚਾਹੇ ਉਹ ਆਪਣੀਆਂ ਜਾਨਾਂ ਗਵਾਉਣ ਤੱਕ ਦੀ ਜਿਹੜੀ ਨੌਬਤ ਆਉਂਦੀ ਹੈ ਇਸ ਫੀਲਡ ਨਾਲ ਜੁੜੇ ਹੋਏ ਲੋਕਾਂ ਦੀ, ਸਾਨੂੰ ਉਹਦੇ 'ਤੇ ਵੀ ਕਿਤੇ ਨਾ ਕਿਤੇ ਉਹਨਾਂ ਚੈਲੰਜਸ ਦਾ ਵੀ ਖਿਆਲ ਰੱਖਣਾ ਪੈਣਾ। ਬਲ ਸਾਹਿਬ, ਤੁਸੀਂ ਕੋਈ ਕੁਇਕ ਕਮੈਂਟ ਕਰਨਾ ਚਾਹੋ ਪਹਿਲਾਂ ਜਿਹੜੇ ਸਾਡੇ ਕਾਲਰ ਕਹਿ ਕੇ ਗਏ ਨੇ? ਢਿੱਲੋਂ ਸਾਹਿਬ ਨੇ ਬੜਾ ਜਿਹੜਾ ਪਿਆਰਾ ਸਵਾਲ ਕੀਤਾ ਜੀ। ਇਹ ਤੇ ਜਿਹੜੀ ਤੁਹਾਡੀ ਗਵਰਨਿੰਗ ਬੋਡੀ ਆ, ਤੁਸੀਂ ਜ਼ਿਆਦਾ ਜਾਣਦੇ ਹੋ, ਪਰ ਮੈਂ ਤੇ ਜਾਣਦਾ ਵੀ ਜਿੰਨੇ ਵੀ ਪ੍ਰੋਫੈਸ਼ਨਸ ਨੇ ਸਾਡੇ ਇਸ ਮੁਲਕ ਦੇ ਵਿੱਚ, ਉਹਨਾਂ ਉੱਤੇ ਸਾਰਿਆਂ ਉੱਤੇ ਗਵਰਨਿੰਗ ਬੋਡੀਜ਼ ਨੇ। ਅਸੀਂ ਜਿੱਥੋਂ ਲਾਇਸੈਂਸ ਲੈਂਦੇ ਹਾਂ ਔਰ ਉਹ ਗਵਰਨ ਕਰਦੀਆਂ ਨੇ, ਉਹ ਸਾਨੂੰ ਵਾਚ ਵੀ ਕਰਦੀਆਂ ਨੇ। ਇਹ ਤੁਹਾਡੇ ਪ੍ਰੈਸ ਦੇ ਉੱਤੇ ਕੌਣ, ਕਿਹੜੇ ਰੂਲਸ, ਕਿਹੜੀ ਗਵਰਨਿੰਗ ਬੋਡੀ ਆ? ਡਾਕਟਰ ਸਾਹਿਬ ਦੱਸੋ ਜਰਾ ਜੀ। ਹਾਂਜੀ ਡਾਕਟਰ ਸਾਹਿਬ, ਜਿਹੜੀ ਜੀ ਪ੍ਰੈਸ ਰੈਗੂਲੇਸ਼ਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਲਗਭਗ ਹਰ ਇੱਕ ਜਿਹੜੀ ਡੈਮੋਕ੍ਰੇਸੀ ਦੇ ਵਿੱਚ ਉਹਨਾਂ ਨੇ ਪ੍ਰੈਸ ਰੈਗੂਲੇਸ਼ਨ ਐਕਟ ਜਿਹੜੇ ਬਣਾਏ ਹੋਏ ਨੇ। ਪਰ ਮੁੱਖ ਤੌਰ ਤੇ ਜਦੋਂ ਅਸੀਂ ਪ੍ਰੈਸ ਫਰੀਡਮ ਦੀ ਗੱਲ ਕਰਦੇ ਹਾਂ ਨਾ, ਤੇ ਢਿੱਲੋਂ ਸਾਹਿਬ ਦੇ ਸਵਾਲ ਦਾ ਜਵਾਬ ਦੇ ਦਈਏ ਕਿ ਇਹ ਹਮੇਸ਼ਾ ਜਿੱਥੇ ਵੀ ਕਾਂਟਰੋਵਰਸੀ ਹੋਈ ਹੈ, ਜਦੋਂ ਕਿਤੇ ਵੀ ਅਦਾਲਤਾਂ ਤੱਕ ਕੇਸ ਪਹੁੰਚੇ ਨੇ, ਤੇ ਉੱਥੇ
ਜਿਹੜੀ ਜੱਜਮੈਂਟਸ ਇਸ ਤਰ੍ਹਾਂ ਹੀ ਆਈਆਂ ਨੇ ਕਿ ਕਿਸੇ ਵੀ ਇੱਕ ਪੱਤਰਕਾਰ ਦੀ ਆਜ਼ਾਦੀ ਇੱਕ ਆਮ ਨਾਗਰਿਕ ਦੀ ਆਜ਼ਾਦੀ ਦੇ ਨਾਲੋਂ ਵੱਧ ਨਹੀਂ ਹੈ। ਕਿ ਭਾਵ ਇਹ ਹੈ ਕਿ ਵੀ ਜਿੱਥੇ ਜਿੱਥੇ ਇੱਕ ਆਮ ਨਾਗਰਿਕ ਨੂੰ ਭਾਵੇਂ ਉਹ ਕਿਸੇ ਵੀ ਆਪਣੇ ਪ੍ਰੋਫੈਸ਼ਨ ਦੇ ਰਾਹੀਂ ਲੋਕਾਂ ਤੱਕ ਆਪਣੀ ਜਾਣਕਾਰੀ ਪਹੁੰਚਾ ਰਿਹਾ ਹੈ, ਭਾਵੇਂ ਇਹਨਾਂ ਨੇ ਲਾਅ ਦੀ ਗੱਲ ਕੀਤੀ ਹੈ, ਲਾਅ ਦੀ ਆਪਣੀ ਰੈਗੂਲੇਟਰੀ ਬੋਡੀ ਹੈਗੀ ਹੈ, ਉਸ ਤਰ੍ਹਾਂ ਦੀ ਗੱਲ ਹਮੇਸ਼ਾ ਦੁਨੀਆ ਭਰ ਦੇ ਵਿੱਚ ਬਣੀਆਂ ਹੋਈਆਂ ਨੇ ਸੰਸਥਾਵਾਂ। ਲੇਕਿਨ ਜੇ ਉਹਨਾਂ ਦੀ ਗੱਲ ਸ਼ਿਕਾਇਤ ਹੋਏਗੀ ਤਾਂ ਹੀ ਹੁੰਦੀ ਹੈ। ਕਈ ਵਾਰੀ ਅਸੀਂ ਬਹੁਤ ਸਾਰੀਆਂ ਚੀਜ਼ਾਂ ਢਿੱਲੋਂ ਸਾਹਿਬ ਇਸ ਤਰ੍ਹਾਂ ਸਾਨੂੰ ਲੱਗਦੀਆਂ ਕਿ ਆਹ ਚੀਜ਼ ਗਲਤ ਹੈ, ਉਹ ਅਸੀਂ ਗਲਤ ਕਹਿ ਕੇ ਆਪਦੇ ਆਲੇ ਦੁਆਲੇ 2-4-5 ਮਿੱਤਰ ਬੈਠੇ ਆ ਉਹਨਾਂ ਨਾਲ ਤੇ ਅਸੀਂ ਡਿਸਕਸ ਕਰ ਲੈਂਦੇ ਹਾਂ, ਪਰ ਅਸੀਂ ਕਦੇ ਉਸ ਹੱਦ ਤੱਕ ਨਹੀਂ ਜਾਂਦੇ ਕਿ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਰਜ ਕਰਾਈਏ ਉਸ ਅਥਾਰਟੀ ਨੂੰ ਜਿਹੜੀ ਕਿ ਉਹਨਾਂ ਨੂੰ ਕੋਈ ਸਜ਼ਾ ਦੇ ਸਕਦੀ ਹੈ। ਰਹੀ ਗੱਲ ਕਿ ਪੱਤਰਕਾਰ ਆਪਣੀ ਮਰਜ਼ੀ ਕਰਦੇ ਨੇ, ਬਿਨਾਂ ਸ਼ੱਕ ਮੈਂ ਇਹਨਾਂ ਦੇ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਕਿ ਆਪਣੀ ਮਰਜ਼ੀ ਦੇ ਨਾਲ ਕਈ ਵਾਰੀ ਜੇ ਖਬਰਾਂ ਮਰੋੜ ਤਰੋੜ ਕੇ ਲਿਖੀਆਂ ਜਾਂਦੀਆਂ ਨੇ, ਜਿਹੜੇ ਸੰਪਾਦਕੀਆਂ ਦੇ ਵਿੱਚ ਕੋਈ ਆਪਣੀ ਟਿਲਟ ਆ ਜਿਹੜੀ ਉਹ ਦਿਖਾਈ ਜਾਂਦੀ ਹੈ। ਇੱਥੇ ਹੁਣ ਦੋ ਗੱਲਾਂ ਫਿਰ ਪ੍ਰੈਸ ਫਰੀਡਮ ਤੇ ਹਰਜਿੰਦਰ ਜੀ ਆਪਾਂ ਨੂੰ ਕਰਨੀਆਂ ਪੈਣੀਆਂ ਨੇ ਕਿ ਅਸੀਂ ਜਦੋਂ ਪ੍ਰੈਸ ਫਰੀਡਮ ਦੀ ਗੱਲ ਕਰਦੇ ਹਾਂ, ਪ੍ਰੈਸ ਦੀ ਆਜ਼ਾਦੀ ਦੀ ਗੱਲ ਕਰਦੇ ਹਾਂ, ਪੱਤਰਕਾਰਾਂ ਨੂੰ ਮਿਲਣ ਵਾਲੇ ਉਸ ਅਸਰ ਸੂਖ ਦੀ ਗੱਲ ਕਰਦੇ ਹਾਂ ਕਿ ਜੀ ਇਹਨਾਂ ਦਾ ਬਹੁਤ ਜ਼ਿਆਦਾ ਕਮਿਊਨਿਟੀ ਦੇ ਵਿੱਚ ਹੋਇਆ ਹੁੰਦਾ, ਉਹਦੇ ਮੁਕਾਬਲੇ ਤੇ ਐਟ ਦੀ ਸੇਮ ਟਾਈਮ ਜਿਹੜੇ ਬੰਦੇ ਉਹ ਜਾਣਕਾਰੀ ਦੇ ਰਹੇ ਨੇ ਤੇ ਜਾਂ ਜਿਹੜੇ ਜਾਣਕਾਰੀ ਪ੍ਰਾਪਤ ਕਰ ਰਹੇ ਨੇ, ਜਿਹਨਾਂ ਨੂੰ ਅਸੀਂ ਕਹਿੰਦੇ ਕਿ ਰਿਸੀਵਰਸ ਨੇ, ਜਿਹੜੇ ਪਾਠਕ ਨੇ, ਉਹ ਪਾਠਕਾਂ ਦਾ ਵੀ ਉਹਨਾਂ ਹੀ ਹੱਕ ਬਣਦਾ ਹੈ, ਉਹਨਾਂ ਦਾ ਪੂਰਾ ਅਧਿਕਾਰ ਹੈ ਕਿ ਉਹ ਇਸ ਗੱਲ ਨੂੰ ਚੈਲੰਜ ਕਰ ਸਕਣ ਕਿ ਸਾਨੂੰ ਜਿਹੜੀ ਜਾਣਕਾਰੀ ਹੈ ਉਹ ਸਹੀ ਤਰੀਕੇ ਦੇ ਨਾਲ ਮੁਹੱਈਆ ਨਹੀਂ ਕੀਤੀ ਜਾ ਰਹੀ। ਨੰਬਰ 1। ਨੰਬਰ 2 ਤੇ ਅੱਜ ਦੀ ਜਿਹੜੀ ਪ੍ਰੈਸ ਦੀ ਆਜ਼ਾਦੀ ਨੂੰ ਕਾਇਮ ਰੱਖਣ ਦੇ ਵਾਸਤੇ ਨਾ ਸਿਰਫ ਪ੍ਰੈਸ ਦੀ ਗੱਲ ਕਰੀਏ ਬਲਕਿ ਕਿਸੇ ਵੀ ਸੰਸਥਾ ਨੂੰ ਚਲਾਉਣ ਦੇ ਵਾਸਤੇ ਬਹੁਤ ਸਾਰੇ ਪੈਸਿਆਂ ਦੀ ਜ਼ਰੂਰਤ ਪੈਂਦੀ ਹੈ। ਜਿਹੜੇ ਫਾਈਨਾਂਸਸ ਨੇ, ਫਾਈਨਾਂਸਸ ਦੇ ਇੱਕ ਸਮੇਂ ਤੇ ਅਖਬਾਰਾਂ ਦੀ ਜਿੰਨੀ ਭੂਮਿਕਾ ਹੋਇਆ ਕਰਦੀ ਸੀ ਜਾਂ ਕਹਿ ਲਓ ਕਿ ਜਿੰਨਾ ਉਹਨਾਂ ਦਾ ਜ਼ਬਰਦਸਤ ਰੋਲ ਹੋਇਆ ਕਰਦਾ ਸੀ, ਉਹ ਪਿਛਲੇ 30-40 ਸਾਲ ਦੇ ਵਿੱਚ ਘਟ ਕੇ ਥੱਲੇ ਆਇਆ। ਉਹ ਥੱਲੇ ਆਉਣ ਦਾ ਵੱਡਾ ਸਬਬ ਇਹ ਹੈ ਕਿ ਜਿਹੜੇ ਫਾਈਨਾਂਸਸ ਘਟ ਗਏ ਨੇ। ਫਾਈਨਾਂਸ ਤੋਂ ਬਿਨਾਂ ਜਿਹੜਾ ਵੱਧ ਸਰਕੂਲੇਟਡ ਅਖਬਾਰ ਹੋਏਗਾ ਉਹਦਾ ਵੱਧ ਅਸਰ ਸੂਖ ਹੋਏਗਾ। ਪੈਸਿਆਂ ਦੀ ਕਮੀ ਹੋ ਰਹੀ ਹੈ, ਐਡ ਜਿਹੜਾ ਰੈਵਨਿਊ ਕਿਸੇ ਹੋਰ ਪਾਸੇ ਨੂੰ ਜਾ ਰਿਹਾ ਤੇ ਇਹਨਾਂ ਨੂੰ ਮਿਸਯੂਜ਼ ਕੀਤਾ ਜਾ ਰਿਹਾ ਕਾਰਪੋਰੇਟ ਘਰਾਣਿਆਂ ਦੇ ਵੱਲੋਂ, ਤੇ ਕਾਰਪੋਰੇਟ ਘਰਾਣਿਆਂ ਦਾ ਜਾ ਕੇ ਫਿਰ ਕਿਤੇ ਨਾ ਕਿਤੇ ਉਹਨਾਂ ਦੀ ਸੁਰ ਮਿਲਦੀ ਹੈ ਜਾਂ ਤਾਰ ਜੁੜਦੀ ਹੈ ਪੋਲੀਟੀਕਲ ਪਾਵਰਸ ਦੇ ਨਾਲ। ਸੋ ਇਹ ਜਿਹੜਾ ਨੈਕਸਸ ਹੈ ਨਾ, ਇਹ ਸਾਰਾ ਬਣਿਆ ਹੋਇਆ, ਇਹਨੂੰ ਬਹੁਤ ਥੋੜ੍ਹੇ ਸ਼ਬਦਾਂ ਦੇ ਵਿੱਚ, ਸਰਲ ਸ਼ਬਦਾਂ ਦੇ ਵਿੱਚ ਮੇਰੇ ਖਿਆਲ ਸਮੇਟਣਾ ਕਾਫੀ ਮੁਸ਼ਕਿਲ ਹੈ। ਪਰ ਯੈਸ ਕਿ ਜੇ ਢਿੱਲੋਂ ਸਾਹਿਬ ਨੂੰ ਜਾਂ ਕਿਸੇ ਹੋਰ ਵਿਅਕਤੀ ਨੂੰ ਲੱਗਦਾ ਕੋਈ ਬੰਦਾ ਜ਼ਿਆਦਤੀ ਕਰ ਰਿਹਾ ਆਪਣੇ ਅਖਬਾਰ ਦੇ ਰਾਹੀਂ ਜਾਂ ਆਪਣੇ ਲਿਖਤੀ ਰੂਪ ਦੇ ਰਾਹੀਂ ਜਾਂ ਇਵਨ ਚਲੋ ਜੇ ਆਪਾਂ ਗੱਲ ਕਰ ਹੀ ਰਹੇ ਹਾਂ ਜੇ ਰੇਡੀਓ ਦੇ ਰਾਹੀਂ, ਤਾਂ ਉਹਦੀ ਸ਼ਿਕਾਇਤ ਤਾਂ ਬਿਨਾਂ ਸ਼ੱਕ ਜੀ ਕੀਤੀ ਜਾ ਸਕਦੀ ਹੈ। ਜੀ ਠੀਕ ਹੈ ਜੀ। ਨੈਕਸਟ ਕਾਲ ਸਾਡੇ ਵਿਰਕ ਸਾਹਿਬ ਨੇ ਜੀ। ਵਿਰਕ ਸਾਹਿਬ ਤੁਸੀਂ ਆਉਂਦੀ ਹੋ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਹਰਜਿੰਦਰ ਜੀ, ਡਾਕਟਰ ਸਾਹਿਬ ਤੇ ਬਲ ਸਾਹਿਬ ਜੀ। ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ ਤੁਸੀਂ ਹੁਣੇ ਕਿਹਾ ਸੀਗਾ ਕਿ ਪ੍ਰੈਸ ਸਿਰਫ ਪ੍ਰਿੰਟ ਪ੍ਰੈਸ ਨੂੰ ਕਹਿੰਦੇ ਨੇ, ਦੂਜੇ ਪ੍ਰੈਸ ਨੂੰ ਜਿਹੜਾ ਅੱਜ ਕੱਲ੍ਹ ਮੀਡੀਆ, ਮੇਰਾ ਖਿਆਲ ਹੈ ਡਿਵੈਲਪਮੈਂਟ ਹੈ। ਦੇਖੋ ਪਹਿਲਾਂ ਹੱਥਾਂ ਪਰਸਨਲ ਮੈਸੇਜ ਆਉਂਦੇ ਸੀ, ਉਸ ਤੋਂ ਬਾਅਦ ਬਾਈ ਪੋਸਟ ਜਾਣ ਲੱਗ ਪਏ, ਉਸ ਤੋਂ ਬਾਅਦ ਜਦੋਂ ਇਲੈਕਟ੍ਰੋਨਿਕ ਮੀਡੀਆ ਹੁੰਦਾ। ਸਾਡਾ ਮਤਲਬ ਤੇ ਇੱਕ ਖਬਰ ਨੂੰ ਦੂਜੇ ਤੱਕ ਪਹੁੰਚਾਉਣ ਤੱਕ, ਤੇ ਡਿਵੈਲਪਮੈਂਟ ਦੀ ਨਿਸ਼ਾਨੀ ਵੀ ਹੈਗੀ ਹੈ। ਤੁਸੀਂ ਡਿਸਟਿੰਕਸ਼ਨ ਕਰ ਸਕਦੇ ਹੋ ਕਿ ਜੇ ਮਤਲਬ ਪ੍ਰੈਸ ਨੂੰ ਸਿਰਫ ਅਸੀਂ ਪ੍ਰੈਸ ਮੰਨੀਏ ਤਾਂ ਜਿਹੜਾ ਇਲੈਕਟ੍ਰੋਨਿਕ ਮੀਡੀਆ ਜਿਹੜਾ ਸਾਨੂੰ ਫਾਸਟ ਨਿਊਜ਼ ਦਿੰਦਾ, ਇਹਨਾਂ ਨੂੰ ਕੀ ਕਵਾਂਗੇ ਫਿਰ ਅਸੀਂ? ਦੂਜਾ ਸਵਾਲ ਮੇਰਾ ਪਲੀਜ਼ ਇਹ ਹੈ ਕਿ ਅੱਜ ਕੱਲ ਨਾ ਮੇਰਾ ਖਿਆਲ ਪ੍ਰੈਸ ਦੇ ਉੱਤੇ ਜ਼ਿਆਦਾ ਜਿਹੜੀ ਪੋਲੀਟੀਕਲ ਪਾਰਟੀ, ਦੇਖੋ ਹੁਣ ਵੱਖਰੀ ਵੱਖਰੀ ਤਰ੍ਹਾਂ ਦੇ ਰਜੀਮ ਨੇ ਜਿਨ੍ਹਾਂ ਦੇ ਵਿੱਚ ਕਿਤੇ ਡੈਮੋਕ੍ਰੇਸੀ ਹੈ, ਕਿਤੇ ਇੰਡੀਵਿਜੂਅਲ ਚੱਲਦਾ, ਕਿਸ ਤਰ੍ਹਾਂ ਅਰਿਸਟੋਕ੍ਰੇਸੀ ਹੈ, ਕਿਸ ਤਰ੍ਹਾਂ ਚੱਲਦਾ। ਉਹ ਜਿਹੜੇ ਪਾਵਰਫੁਲ ਬੰਦੇ ਨੇ ਉਹਦੇ ਮੁਤਾਬਕ ਉਸ ਕੰਟਰੀ ਦੇ ਵਿੱਚ ਚੱਲਦਾ। ਪ੍ਰੈਸ ਦਾ ਜਿਹੜਾ ਬੜਾ ਵਾਲਾ ਜਿਹੜਾ 31-32 ਸਾਲ ਹੋਇਆ ਹੈ, ਇਹਨਾਂ ਨੇ ਕੋਈ ਇਹ ਸੋਚਿਆ ਵੀ ਸਾਰਿਆਂ ਨੂੰ ਪ੍ਰੈਸ ਦੇ ਵਿੱਚ ਕੋਈ ਇੱਕੋ ਜਿਹਾ ਕੋਡ ਦਿੱਤਾ ਜਾਵੇ, ਤੇ ਜਾਂ ਜਿਹੜਾ ਅੱਜ ਕੱਲ੍ਹ ਪੈਸੇ ਦਾ ਪੈ ਰਿਹਾ ਜ਼ਿਆਦਾ ਇਸ ਦੇ ਉੱਤੇ, ਜਿਹੜਾ ਕੰਟਰੋਲ ਪ੍ਰੈਸ ਨੂੰ ਕਰ ਰਿਹਾ, ਜਿਹੜਾ ਮਤਲਬ ਇਹ ਸਾਰਾ ਜਿਹਨੇ ਪੱਤਰਕਾਰ ਨੇ ਜਾਂ ਕੁਛ ਵੀ ਆ, ਜ਼ਿਆਦਾ ਜਿਹੜੇ ਪਾਵਰ 'ਚ ਬੰਦੇ ਨੇ ਉਹ ਮੀਡੀਆ ਦਾ ਪੂਰੇ ਆਪਣੇ ਸਾਰਾ ਕੰਟਰੋਲ ਕਰ ਲੈਂਦੇ ਨੇ। ਜੇ ਪਹਿਲਾਂ ਪ੍ਰੈਸ ਸੀ ਤਾਂ ਪ੍ਰੈਸ ਨੂੰ ਕੰਟਰੋਲ ਕਰ ਲਿਆ, ਜੇ ਹੁਣ ਪਹਿਲਾਂ ਦੂਜਾ ਇਲੈਕਟ੍ਰੋਨਿਕ ਮੀਡੀਆ ਹੈ ਤਾਂ ਉਹ 'ਤੇ ਕੰਟਰੋਲ ਕਰ ਲਿਆ। ਉਹ ਆਪਣੀ ਮਰਜ਼ੀ ਨਾਲ ਮੋਲਡ ਕਰ ਦੇਣਾ। ਆਪਾਂ ਪੁਲਿਸ ਨੂੰ ਦੱਸ ਦੇਣਾ ਜਿਹੜਾ ਜਾਤੀ ਹੋ ਜਾਂਦਾ, ਜਿਹੜਾ ਕੁਛ ਹੁੰਦਾ ਉਹਨਾਂ ਨੂੰ ਨਹੀਂ ਆਉਣ ਦਿੰਦੇ, ਜਿਵੇਂ ਇੰਡੀਆ ਦੇ ਵਿੱਚ ਹਾਲਤ ਹੋਇਆ। ਇਹਨਾਂ ਦੋਨਾਂ ਬਾਰੇ ਪਲੀਜ਼ ਦੱਸੋ। ਸ਼ੁਕਰੀਆ ਸਰ, ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ
ਬਿਲਕੁਲ ਇਹ ਗੱਲ ਸਹੀ ਕਹਿ ਰਹੇ ਜੀ, ਪਰ ਮੈਂ ਤਾਂ ਆਪ ਇਸ ਗੱਲ ਦਾ ਧਾਰਨੀ ਹੈ, ਔਰ ਇਹੀ ਗੱਲ ਆਪਾਂ ਪਹਿਲਾਂ ਵੀ ਕੀਤੀ ਸੀ ਕਿ ਜਿਹੜੀ ਪ੍ਰੈਸ ਆ ਉਹ ਆਪਣੇ ਆਪ ਦੇ ਵਿੱਚ ਕਿਸੇ ਵੈਕਿਊਮ ਦੇ ਵਿੱਚ ਨਹੀਂ ਐਗਜ਼ਿਸਟ ਕਰ ਰਹੀ, ਕਿ ਕਿਸੇ ਖਲਾਅ ਦੇ ਵਿੱਚ ਨਹੀਂ ਹੈ। ਉਹ ਤਾਂ ਪ੍ਰੈਸ ਤਾਂ ਹੀ ਐਗਜ਼ਿਸਟ ਕਰੇਗੀ, ਤਾਂ ਹੀ ਉਹਦੀ ਮੌਜੂਦਗੀ ਦਾ ਕੋਈ ਹਾਸਲ ਹੋਏਗਾ ਕਿ ਜੇ ਉਹਨੂੰ ਪੜ੍ਹਨ ਵਾਲੇ ਹੈਗੇ ਨੇ, ਕਿਉਂਕਿ ਸਮਾਜ ਦਾ ਹੀ ਹਿੱਸਾ ਹੈ। ਹਾਂਜੀ ਹਾਂਜੀ, ਉਹ ਸਮਾਜ ਬਿਨਾਂ ਸ਼ੱਕ ਮੈਂ ਉਹ ਜਿਹੜੀ ਪਹਿਲਾਂ ਗੱਲ ਦੁਹਰਾ ਦੇ ਇਹਨਾਂ ਦੇ ਅੱਧੇ ਮਿੰਟ ਲਈ ਕਿ ਉਹ ਜਿਹੜਾ ਮੀਡੀਆ ਨੂੰ ਅਸੀਂ ਇਸ ਕਰਕੇ ਇਲੈਕਟ੍ਰੋਨਿਕ ਮੀਡੀਆ ਨੂੰ ਪਾਸੇ ਰੱਖ ਰਹੇ ਸੀਗੇ ਕਿ ਫਿਰ ਉਹ ਬਹੁਤ ਵੱਡਾ ਦਾਇਰਾ ਉਹਦਾ, ਕਿਉਂਕਿ ਉਹਦੇ ਸੋਰਸਿਸ ਅਲੱਗ ਨੇ। ਜੇ ਸੋਰਸ ਅਲੱਗ ਨੇ ਤਾਂ ਉਹਨੂੰ ਜਿਹੜਾ ਇੱਕ ਵਿਧੀ ਹੈ ਨਾ, ਜਿਹੜੀ ਇੱਕ ਅਖਬਾਰ ਦੇ ਰਾਹੀਂ ਅਸੀਂ ਖਬਰ ਪੜ੍ਹਦੀ ਹੈ, 24 ਘੰਟੇ ਤੋਂ ਬਾਅਦ ਅਖਬਾਰ ਆਇਆ ਕਰਦੇ ਸੀ, ਚਲੋ ਹੁਣ ਤਾਂ ਇਲੈਕਟ੍ਰੋਨਿਕਲੀ ਸਾਨੂੰ ਜਲਦੀ ਮਿਲ ਜਾਂਦਾ ਹੈਗਾ। ਅਤੇ ਜਿਹੜਾ ਟੈਲੀਵਿਜ਼ਨ ਜਰਨਲਿਜ਼ਮ ਆ, ਫਿਰ ਅਸੀਂ ਉਸ ਨੂੰ ਇਹਦੇ ਨਾਲੋਂ ਨਖੇੜ ਕੇ ਰੱਖਾਂਗੇ। ਪਰ ਮੋਰ ਆਰ ਲੈਸ ਜਿਹੜੀਆਂ ਜ਼ਿੰਮੇਵਾਰੀ ਹੈ, ਉਹ ਜ਼ਿੰਮੇਵਾਰੀ ਬੇਸ਼ੱਕ ਕਿਸੇ ਵੀ ਸਾਧਨ ਦੇ ਰਾਹੀਂ ਅਖਬਾਰ ਆਪਣੀ ਜਾਣਕਾਰੀ ਹੈ ਜਿਹੜੀ ਪੁੱਜਦੀ ਕੀਤੀ ਜਾਂਦੀ ਹੈ ਐਂਡ ਯੂਜ਼ਰ ਤੱਕ, ਉਹ ਜ਼ਿੰਮੇਵਾਰੀ ਸਾਰਿਆਂ ਦੀ ਇੱਕੋ ਹੀ ਹੈ ਅਤੇ ਫਰੀਡਮ ਦੀ ਵੀ ਉਹ ਇੱਕੋ ਹੀ, ਉਹ ਲਗਭਗ ਸੇਮ ਹੀ ਹੈ। ਉਹਦੇ 'ਚ ਕੋਈ ਬਹੁਤੀ ਡਿਸਟਿੰਕਸ਼ਨ ਕਰਨ ਵਾਲੀ ਗੱਲ ਨਹੀਂ ਹੈ। ਕਮਿੰਗ ਬੈਕ ਟੂ ਇਹਨਾਂ ਦਾ ਸਵਾਲ ਕਿ ਇਹ ਬਿਲਕੁਲ ਜੀ ਇਹ ਬੜੀ ਵੱਡੀ ਸਮਾਜ ਦੀ ਪ੍ਰੋਬਲਮ ਬਣੀ ਹੋਈ ਹੈ ਸਾਡੀ ਸਾਰੇ ਢਾਂਚੇ ਦੀ, ਕਿਉਂਕਿ ਇਕਨੋਮਿਕ ਪਾਵਰ ਹੈ ਜਿਹੜੀ ਉਹ ਹਰ ਚੀਜ਼ ਨੂੰ ਜਿਹੜੀ ਆ ਉਹ ਕਰ ਰਹੀ ਹੈ, ਅਸਰ ਕਰ ਰਹੀ ਹੈ ਉਹਦੇ 'ਤੇ, ਉਹਨੂੰ ਕਾਬੂ ਕਰਨ ਦੇ ਵਿੱਚ ਹੈ। ਹੁਣ ਵੀ ਦੇਖੀਏ ਜੇ ਅਸੀਂ ਕੋਵਿਡ ਦੀ ਗੱਲ ਕਰ ਲਈਏ ਤੇ ਅਜੇ ਤੱਕ ਜਿਹੜੇ ਕਾਰਪੋਰੇਟ ਘਰਾਣੇ ਨੇ, ਜਿਹੜੇ ਵੱਡੇ ਬਿਜ਼ਨਸ ਨੇ, ਉਹਨਾਂ ਦੀ ਪੂਰੀ ਕੋਸ਼ਿਸ਼ ਹੈ ਕਿ ਬੰਦੇ ਮਰਦੇ ਤਾਂ ਮਰ ਜਾਣ, ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਸਰਕਾਰਾਂ ਦੇ ਰਾਹੀਂ ਐਕਟ ਇਸ ਤਰ੍ਹਾਂ ਦੇ ਕੁਛ ਬਣਵਾ ਲਈਏ ਕਿ ਫਲਾਣੇ ਜਿਹੜੇ ਵੱਡੇ ਬਿਜ਼ਨਸ ਹੈ ਉਹਨਾਂ ਨੂੰ ਕੋਈ ਆਂਚ ਨਾ ਪਹੁੰਚੇ, ਉਹ ਖੁੱਲ੍ਹੇ ਦੇ ਖੁੱਲ੍ਹੇ ਰਹਿਣ। ਸੋ ਉਹਨਾਂ ਦਾ ਮੁੱਖ ਮਕਸਦ ਹਮੇਸ਼ਾ ਹੀ ਇਹ ਰਿਹਾ ਕਿ ਜੀ ਅਸੀਂ ਜਿਹੜੇ ਆ ਪੈਸੇ ਕਮਾਉਣੇ ਨੇ, ਮਾਰਕੀਟ ਹੈ ਜਿਹੜੀ ਸਾਡੀ ਉਹ ਚੱਲਦੀ ਰਹੇ, ਅਤੇ ਅਖਬਾਰਾਂ ਦੇ ਵਾਸਤੇ ਕਿਉਂਕਿ ਪੈਸੇ ਚਾਹੀਦੇ ਨੇ, ਅਖਬਾਰਾਂ ਨੂੰ ਕੰਟਰੋਲ ਕਰ ਰਹੇ ਨੇ। ਆਪਣੇ ਆਪ ਦੇ ਵਿੱਚ ਆਜ਼ਾਦਾਨਾ ਅਖਬਾਰ ਉਹੀ ਹੋ ਸਕੇਗਾ ਜਿਹੜੇ ਕੋਲੇ ਸੋਰਸਿਸ ਆਪਣੇ ਨੇ, ਕਿ ਵੀ ਉਹਨੂੰ ਕਿਤੋਂ ਪੈਸੇ ਦੀ ਆੜ ਦੇ ਹੇਠ ਉਹਦੇ 'ਤੇ ਦਬਾਅ ਨਾ ਪੈ ਸਕੇ, ਉਹ ਕਿਸੇ ਨੂੰ ਹੱਥ ਨਾ ਅਡਣੇ ਪੈਣ। ਐਡ ਦੇ ਵਾਸਤੇ ਜੇ ਕੋਈ ਕਾਰਪੋਰੇਟ ਘਰਾਣੇ ਦੇ ਕੋਲ ਜਾਂਦਾ ਹੈ, ਜਿਵੇਂ ਕਿ ਅਸੀਂ ਬਲ ਸਾਹਿਬ ਨੂੰ ਪਤਾ, ਅਸੀਂ ਲੰਬੇ ਸਮੇਂ ਤੋਂ ਇੱਕ ਲੜਾਈ ਲੜੀ ਹੈ ਇੱਥੋਂ ਦੀ ਅਖਬਾਰਾਂ ਦੇ ਵਾਸਤੇ ਵੀ ਕਿ ਅਸੀਂ ਬਾਬਿਆਂ ਦੀ ਐਡਾਂ ਨਹੀਂ ਲਾਉਣੀਆਂ। ਮਸਲਨ ਮੈਂ ਇੱਕ ਉਦਾਹਰਨ ਲੈਣਾ, ਸੋ ਬਾਬੇ ਇਸ ਕਰਕੇ ਅਸੀਂ ਐਡਾਂ ਨਹੀਂ ਉਹਨਾਂ ਨੂੰ ਚੈਲੰਜ ਕਰਦੇ ਕਿਉਂਕਿ ਉਹ ਸੁਸਾਇਟੀ ਦੇ ਵਾਸਤੇ ਸਾਡੇ ਸਹੀ ਕੰਮ ਨਹੀਂ ਹੈ, ਸਮਾਜ ਦੇ ਵਾਸਤੇ ਕੰਮ ਨਹੀਂ ਹੈ, ਜਦੋਂ ਕਿ ਬਹੁਤ ਸਾਰੇ ਪੈਸੇ ਹੈ ਉਹਨਾਂ ਦੇ ਵੱਲੋਂ ਦਿੱਤੇ ਜਾਂਦੇ ਆ। ਸੋ ਉਹ ਜੇ ਪੈਸੇ ਦੇਣੇ ਨੇ ਤਾਂ ਉਹਨਾਂ ਨੇ ਫਿਰ ਕਿਤੇ ਨਾ ਕਿਤੇ ਜਿਹੜਾ ਤੁਹਾਡਾ ਉਹ ਕੰਟਰੋਲ ਵੀ ਕਰਨਾ ਖਬਰ ਨੂੰ। ਸੋ ਜਿਹੜੀ ਮਾਇਕ ਸਹਾਇਤਾ ਜਿੱਥੋਂ ਆਉਂਦੀ ਹੈ ਜੀ, ਉਹਨੇ ਕੰਟਰੋਲ ਕਰਨਾ, ਉਹ ਤੋਂ ਅਸੀਂ ਜੇ ਪਾਸੇ ਹੋ ਕੇ ਕਰ ਸਕਾਂਗੇ ਤੇ ਫਿਰ ਜਿਹੜੀ ਆ ਉਹ ਆਜ਼ਾਦੀ ਆ ਜਿਹੜੀ ਉਹਨੂੰ ਅਸੀਂ ਸੰਪੂਰਨ ਤੌਰ ਤੇ ਕੋਸ਼ਿਸ਼ ਕਰ ਸਕਾਂਗੇ ਕਿ ਅੱਗੇ ਚਲਾਇਆ ਜਾਵੇ। ਬਾਲ ਸਾਹਿਬ, ਸੁਸਾਇਟੀ ਦਾ ਇੱਕ ਅਹਿਮ ਹਿੱਸਾ ਜਦੋਂ ਅਸੀਂ ਦੇਖਦੇ ਹਾਂ, ਜਿਹੜੀਆਂ ਸਾਡੀਆਂ ਸਰਕਾਰਾਂ ਨੇ ਜਾਂ ਸਾਡੇ ਜਿਹੜੇ ਬਿਜ਼ਨਸਿਸ ਨੇ, ਉਹ ਬਹੁਤ ਵੱਡੇ ਪੱਧਰ ਦੇ ਉੱਪਰ ਕੰਟਰੋਲ ਕਰਦੇ ਆ ਬਾਕੀ ਦੇ ਸਾਰੇ ਜਿਹੜੇ ਸੈਕਟਰਸ ਨੇ। ਇਸੇ ਸਵਾਲ ਨੂੰ ਹੀ ਅੱਗੇ ਥੋੜ੍ਹਾ ਜਿਹਾ ਤੋਰਦੇ ਹੋਏ ਜੇ ਇੱਕ ਮਿੰਟ ਦੇ ਲਈ ਤੁਸੀਂ ਕਮੈਂਟ ਕਰਨਾ ਹੋਵੇ ਤਾਂ ਫਿਰ ਅਸੀਂ ਲਾਸਟ ਕਾਲ ਲੈ ਕੇ ਵਾਈਂਡ ਅਪ ਕਰਦੇ। ਦੇਖੋ, ਡਾਕਟਰ ਸਾਹਿਬ ਨੇ 2 ਵਾਰੀ ਗੱਲ ਦੁਹਰਾ ਦਿੱਤੀ ਆ ਕਿ ਜਿਹੜੀ ਇਕਨੋਮਿਕ ਪਾਵਰ ਹੈ ਨਾ, ਹਾਂਜੀ, ਉਹ ਇਹਨਾਂ ਗੱਲਾਂ ਨੂੰ ਇਕਨੋਮਿਕ ਪਾਵਰ ਕਿਹਦੇ ਕੋਲ ਹੈਗੀ ਹੈ? ਇਕਨੋਮਿਕ ਪਾਵਰ ਤੇ ਪੈਸੇ ਵਾਲਾ ਬੰਦਾ ਆ, ਜਿਹੜਾ ਵਪਾਰੀ ਵਰਗ ਆ, ਕਾਰਪੋਰੇਸ਼ਨ ਘਰਾਣੇ ਨੇ, ਉਹਨਾਂ ਕੋਲ। ਉਹ ਪੋਲੀਟੀਕਲ ਬੰਦਿਆਂ ਦੇ ਨਾਲ, ਸਰਕਾਰਾਂ ਦੇ ਨਾਲ ਰਲੇ ਨੇ, ਉਹਨਾਂ ਦਾ ਦੋਨਾਂ ਦਾ ਇੱਕ ਦੂਜੇ ਤੋਂ ਬਗੈਰ ਸਰਦਾ ਨਹੀਂ ਹੈ, ਤਾਂ ਨੈਚੁਰਲੀ ਉਹਨਾਂ ਨੇ ਫਿਰ ਸਰਕਾਰਾਂ ਦੇ ਪੱਖ ਪੂਰਨੇ ਹੁੰਦੇ। ਦੂਜਾ, ਇੱਕ ਡਾਕਟਰ ਸਾਹਿਬ ਨੇ ਇਹਦੀ ਕਲਮ ਦੀ ਪਾਵਰ ਦੀ ਵੀ ਗੱਲ ਕੀਤੀ ਸੀ, ਤੇ ਮੈਂ ਜਿਹੜਾ ਧਾਰਮਿਕ ਸੈਕਟ ਆ ਨਾ, ਰਿਲੀਜਨ ਪਾਵਰ ਦੀ ਵੀ ਮੈਂ ਖਾਸ ਕਰਕੇ ਜਿਹੜੇ ਆਰਗੇਨਾਈਜ਼ ਧਰਮ ਨੇ ਸਾਡਾ ਵੀ ਉਹਦੇ ਵਿੱਚ ਹੀ ਨਾ, ਸਾਡੇ ਵੀ ਸੰਸਥਾਵਾਂ ਨੇ, ਜਾਂ ਕ੍ਰਿਸਚੈਨਿਟੀ ਹੈ ਜਾਂ ਜੂਡਿਜ਼ਮ ਹੈ ਜਾਂ ਇਸਲਾਮ ਹੈ, ਸਾਰਿਆਂ ਦਾ ਇਹ ਆਰਗੇਨਾਈਜ਼ ਜਿਹੜੇ ਧਰਮ ਨੇ ਉਹ ਵੀ ਇੱਕ ਪਾਵਰਸ ਨੇ, ਉਹਨਾਂ ਦੇ ਕੋਲੋਂ ਵੀ ਪਾਵਰ ਹੈ। ਦੂਸਰਾ ਮੈਂ ਗੱਲ ਕਰਾਂਗਾ ਕਿ ਇੱਕ ਤੇ ਪੈਸ਼ਨ ਹੈ, ਇੱਕ ਪ੍ਰੋਫੈਸ਼ਨ ਹੈ। ਜਿਹੜਾ ਬੰਦਾ ਇਸ ਕਿੱਤੇ ਦੇ ਵਿੱਚ ਆਉਂਦਾ ਹੈ ਉਹਦੇ ਵਿੱਚ ਪੈਸ਼ਨ ਕਿੰਨਾ ਪੈਸ਼ਨੇਟ ਹੈ, ਉਹ ਕੀ ਕਰਨਾ ਚਾਹੁੰਦਾ ਹੈਗਾ, ਔਰ ਉਹਦੀ ਹੱਦ ਕੀ ਹੈ, ਉਹਨੇ ਕਿੱਥੋਂ ਤੱਕ ਝੁਕਣਾ ਹੈ, ਕਿੱਥੋਂ ਤੱਕ ਵਿਕਣਾ ਹੈ ਜਾਂ ਨਹੀਂ ਵਿਕਣਾ ਹੈ, ਉਹਦੀ ਜਿਹੜੀ ਵਿਲ ਪਾਵਰ ਕਿੰਨੀ ਹੈ। ਜਿਹੜੇ ਕਈ ਬੰਦੇ, ਬਹੁਤ ਸਾਰੇ ਲੋਕ ਆਉਂਦੇ ਨੇ ਜਿਹੜੇ ਇਹਨੂੰ ਪ੍ਰੋਫੈਸ਼ਨ ਬਣਾਉਂਦੇ ਨੇ ਕਿ ਆਪਾਂ ਰੋਟੀ ਰੋਜ਼ੀ ਦਾ ਸਾਧਨ ਵੀ ਆ, ਉਹਨਾਂ ਵਾਸਤੇ ਜਿਹੜੀ ਡਾਕਟਰ ਸਾਹਿਬ ਨੇ ਗੱਲ ਕੀਤੀ ਸੀ ਨਾ ਕਿ ਇਹਨਾਂ ਨੇ ਇੱਕ ਲਾਈਨ ਵਾਈ ਸੀ, ਇਹਨਾਂ ਦੀ ਕਲੱਬ ਨੇ ਪੈਸਿਓ ਨਹੀਂ ਦੇਣੀਆਂ ਐਡਾ ਬਾਬਿਆਂ ਦੀਆਂ, ਹਾਂਜੀ, ਅੱਛਾ, ਉਹ ਇਹਨਾਂ ਨੇ ਨਹੀਂ ਦਿੱਤੀਆਂ, ਇਹਨਾਂ ਦੀ ਉਹ ਕਮਿਟਮੈਂਟ ਸੀ ਜਾਂ ਇਹਨਾਂ ਦਾ ਪੈਸ਼ਨ ਸੀਗਾ, ਪਰ ਸਾਰੇ ਲੋਕ ਉੱਤੇ ਚੱਲ ਨਹੀਂ ਸਕਦੇ ਹੈਗੇ। ਸੋ ਇਹ ਬੜੀ ਗੁੰਝਲਦਾਰ ਬੁਝਾਰਤ ਹੈ। ਆਪਣੇ ਵਿਰਕ ਸਾਹਿਬ ਵੀ ਇਹ ਕਹਿ ਗਏ ਨੇ ਕਿ ਇਕਨੋਮਿਕ ਪਾਵਰ ਜਿਹੜੀ ਆ ਉਹਨੂੰ ਰੂਲ ਕਰਦੀ। ਈਵਨ ਸਾਡੇ ਇਹਨਾਂ ਮੁਲਕਾਂ ਦੇ ਵਿੱਚ ਵੀ
ਜਿਹੜੇ ਵੱਡੇ ਪੇਪਰਸ ਨੇ ਆਪਾਂ ਸੁਣਦੇ ਤੇ ਹੈਗੇ ਆ ਨਾ ਵੀ ਫਲਾਨਾ ਪੇਪਰ ਫਲਾਨੀ ਪਾਰਟੀ ਨੂੰ ਸਪੋਰਟ ਕਰਦਾ, ਫਲਾਨਾ ਫਲਾਨੀ ਨੂੰ ਸਪੋਰਟ ਕਰਦਾ, ਉਹਦੇ ਰੀਜ਼ਨਸ ਨੇ। ਹਾਂਜੀ। ਔਰ ਉਹ ਜਿਹੜੇ ਪੇਪਰਸ ਨੇ ਕਈ ਵਾਰੀ ਉਹ ਦੇਖ ਲੈਂਦੇ ਨੇ ਕਿ ਹੁਣ ਕਿਹਦੀ ਸਰਕਾਰ ਬਣਨੀ ਹੈ। ਪਰ ਮੈਂ ਐਂਡ ਤੇ ਇਹ ਮੈਂ ਸਮਝਦਾ ਹਾਂ ਕਿ ਬੰਦੇ ਦੀ ਆਪਣੀ ਜਿਹੜੀ ਪਰਸਨਲ ਕਮਿਟਮੈਂਟ ਹੈ ਉਹ ਕਿੰਨੀ ਹੈ, ਉਹ ਜਿਹੜੀ ਉਹ ਬਾਰ ਆ ਉਹਨੇ ਕਿੰਨੀ ਹਾਈ ਸੈੱਟ ਕਰਨੀ ਹੈ, ਉਹਦੀ ਉਲੰਘਣਾ ਕਰਨੀ ਹੈ ਕਿ ਨਹੀਂ ਕਰਨੀ, ਸਾਰੇ ਜੀਵਨ ਕਿਤੇ ਝੁਕਣਾ ਹੈ, ਕਿਤੇ ਕੰਪਰੋਮਾਈਜ਼ ਕਰਨਾ ਹੈ ਕਿ ਨਹੀਂ ਕਰਨਾ ਹੈ। ਆਫਟਰ ਆਲ ਆਪਾਂ ਸਾਰੇ ਸਮਾਜ ਦੇ ਵਿੱਚ ਵੀ ਰਹਿੰਦੇ ਹਾਂ, ਕਈ ਵਾਰੀ ਆਪਾਂ ਗੱਲਾਂ ਜਿਹੜੀਆਂ ਥੋੜ੍ਹ ਜਿਹੀਆਂ ਦਬਾ ਵੀ ਜਾਂਦੇ ਹਾਂ, ਵਧਾ ਵੀ ਲੈਂਦੇ ਹਾਂ, ਸਾਰੇ ਹੀ ਆਪਣਾ ਕਿਤੇ ਨਾ ਕਿਤੇ, ਕਿਉਂਕਿ ਆਪਾਂ ਜਿਉਂਦੇ ਜਾਗਦੇ ਜੀਵ ਹਾਂ, ਉੱਥੇ ਵੀ ਇਹ ਗੱਲਾਂ ਕਈ ਵਾਰੀ ਇਹੋ ਜਿਹੀਆਂ ਹੋ ਜਾਂਦੀਆਂ ਨੇ ਜੀ। ਸਰ ਬਹੁਤ ਮਿਹਰਬਾਨੀ। ਤੇ ਆਪਾਂ ਹੁਣ ਲਾਸਟ ਕਾਲ ਲੈ ਕੇ ਤੇ ਫਿਰ ਸਮਾਪਤੀ ਕਰਦੇ ਜੀ ਅੱਜ ਦੇ ਸਾਡੇ ਸੈਗਮੈਂਟ ਦੀ। ਭੁਪਿੰਦਰ ਜੀ ਨੇ ਨੈਕਸਟ ਕਾਲਰ ਸਾਡੇ। ਹੈਲੋ ਭੁਪਿੰਦਰ ਜੀ, ਤੁਸੀਂ ਆਉਂਦੇ ਰਹੋ। ਮਿਹਰਬਾਨੀ ਜੀ। ਜੀ ਦੇਖੋ ਜੀ, ਪ੍ਰੈਸ ਦੀ ਭੂਮਿਕਾ ਹੁਣ ਦੇ ਸਮੇਂ ਦਾ ਕਾਫੀ ਘੱਟ ਗਈ। ਇਹਦੀ ਥਾਂ ਬਿਜਲਈ ਮੀਡੀਆ ਨੇ ਲੈ ਲਈ। ਇਹ ਚੌਥਾ ਤੇ ਕਮਜ਼ੋਰ ਥੰਮ ਜਿਹੜਾ ਹੈ, ਜੇਕਰ ਕਿਸੇ ਡਰ ਜਾਂ ਲੋਭ ਅਧੀਨ ਸਿਆਸਤ ਔਰ ਸਰਮਾਏਦਾਰੀ ਦੇ ਕਦਮਾਂ 'ਚ ਆਪੇ ਪੈਰਾਂ ਭਾਰ ਬੈਠ ਜਾਏ ਜਾਂ ਭੁੱਖੇ ਕਾਂ ਵਾਂਗੂ ਬੁਰਕੀ ਦੀ ਤਾਕ 'ਚ ਲੋਕਾਂ ਵਿੱਚ ਗਮਰਾਹ ਕੁਨ ਪ੍ਰਚਾਰ ਕਰੇ ਤੇ ਫਿਰ ਉਹਦਾ ਕੀ ਇਲਾਜ ਹੈ? ਵੈਸੇ ਸਿਆਸੀ ਪਾਰਟੀਆਂ ਨੇ ਆਪਣੀਆਂ ਪ੍ਰੈਸਾਂ ਲਾਈਆਂ ਹੋਈਆਂ ਨੇ ਜਾਂ ਖਰੀਦੀਆਂ ਹੋਈਆਂ ਨੇ। ਇਹ ਕੋਈ ਮੇਰਾ ਖਿਆਲ ਨਹੀਂ ਕੋਈ ਲੋਕਾਂ ਦੇ ਵਿਚਾਰ ਬਹੁਤ ਬਦਲ ਸਕਦੀ। ਇਹ ਬੜਾ ਹੀ ਕਮਜ਼ੋਰ ਥੰਮ ਹੈ, ਨਾ ਹੋਇਆ ਨਾਲ ਦਾ ਹੈ ਜੀ। ਮਿਹਰਬਾਨੀ। ਤੁਸੀਂ ਗੱਲ ਕਾਫੀ ਵੱਡੀ ਕਹੀ ਹੈ, ਪਰ ਡਾਕਟਰ ਸਾਹਿਬ ਕਿੰਨਾ ਕੁ ਸਹਿਮਤ ਹੋ ਇਹਨਾਂ ਦੀ ਇਸ ਗੱਲ ਨਾਲ? ਨਹੀਂ, ਇਹ ਗੱਲ ਇਹਨਾਂ ਦੀ ਗੱਲ 'ਚ ਵਜ਼ਨ ਤੇ ਬਹੁਤ ਹੈ ਜੀ, ਆਪਾਂ ਇਹਨੂੰ ਡਿਨਾਈ ਨਹੀਂ ਕਰ ਸਕਦੇ। ਪਰ ਫਿਰ ਵੀ ਅਸੀਂ ਸਵੀਪਿੰਗ ਸਟੇਟਮੈਂਟ ਥੋੜਾ ਜਿਹਾ। ਹਾਂਜੀ। ਹਰਿਆ ਬੂਟਾ ਰਿਓ ਰਹੀ ਜੀ। ਸਾਰੀ ਦੁਨੀਆ ਜਿਹੜੀ ਇਸ ਤਰ੍ਹਾਂ ਨਹੀਂ। ਬਹੁਤ ਸਾਰੇ ਪੱਤਰਕਾਰਾਂ ਦੇ ਅੱਜ ਤੱਕ ਕਿੰਨਿਆਂ ਦੇ ਕਤਲ ਹੋ ਚੁੱਕੇ ਨੇ, ਕਿੰਨਾ ਜੇਲ੍ਹਾਂ 'ਚ ਬੈਠੇ ਨੇ, ਕਈਆਂ ਨੇ ਆਪਣੇ ਕਾਰੋਬਾਰ ਘਰ-ਬਾਰ ਸਾਰਾ ਫੈਮਲੀਆਂ ਤਬਾਹ ਕਰਨੀਆਂ। ਉਹ ਲੋਕ ਅੜੇ ਵੀ ਨੇ, ਉਹ ਸਰਕਾਰਾਂ ਦੇ ਨਾਲ ਉਹਨਾਂ ਨੇ ਟਾਕਰਾ ਵੀ ਕੀਤਾ ਹੈ। ਜਿਵੇਂ ਪਹਿਲਾਂ ਵੀ ਆਪਾਂ ਗੱਲ ਕੀਤੀ ਹੈ ਕਿ ਨਹੀਂ, ਉਹ ਦੇਖਣਾ ਹੈ ਕਿ ਬੰਦਾ ਕਿਸ ਪੈਸ਼ਨ ਦੇ ਨਾਲ ਤੇ ਉਹਦਾ ਮਿਆਰ ਕੀ ਹੈ, ਉਹਦੀ ਹੱਦਬੰਦੀ ਕੀ ਹੈ। ਇਹਨਾਂ ਦੀ ਗੱਲ ਨੂੰ ਆਪਾਂ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਸਾਰਿਆਂ ਤੇ ਵੀ ਲਾਗੂ ਨਹੀਂ ਹੁੰਦੀ। ਔਰ ਇਹ ਗੱਲ ਲਾਗੂ ਹੁੰਦੀ ਆਪਾਂ ਸਾਡੇ ਇਸ ਮੁਲਕ 'ਚ ਵੀ ਦੇਖੀ ਹੈ, ਬਾਹਰਲੇ ਮੁਲਕਾਂ 'ਚ ਵੀ ਦੇਖੀ ਹੈ। ਬਲ ਸਾਹਿਬ ਸਾਡੇ ਕੋਲ, ਸੌਰੀ ਤੁਹਾਡੀ ਗੱਲ ਮੈਂ ਵਿੱਚ ਹੀ ਰੋਕਤੀ, ਸਾਡੇ ਕੋਲ ਸੈਂਕੜਿਆਂ ਦੇ ਹਿਸਾਬ ਨਾਲ ਇਹੋ ਜਿਹੀਆਂ ਐਗਜ਼ਾਮਪਲਸ ਮਿਲ ਜਾਣਗੀਆਂ ਜਿੱਥੇ ਮੀਡੀਆ ਨੇ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਵੱਡੇ ਜਿਹੜੇ ਅੰਪਾਇਰਸ ਨੇ ਜਾਂ ਸਰਕਾਰਾਂ ਨੇ ਉਹਨਾਂ ਨੂੰ ਮੂੰਹ ਭਾਰ ਸੁੱਟਿਆ। ਬਾਕੀ ਬਲ ਸਾਹਿਬ, ਸੌਰੀ ਡਾਕਟਰ ਸਾਹਿਬ, ਤੁਸੀਂ ਕੀ ਕਮੈਂਟ ਕਰਦੇ ਹੋ ਇਸ ਗੱਲ ਤੇ? ਦੇਖੋ ਜੀ, ਇਸ ਗੱਲ ਤੋਂ ਆਪਾਂ ਨਾ ਮੁਨਕਰ ਨਹੀਂ ਹੋ ਸਕਦੇ ਜਿਹੜੀ ਇਹਨਾਂ ਨੇ ਗੱਲ ਕਹੀ ਹੈ। ਯੈਸ, ਬਿਨਾਂ ਸ਼ੱਕ, ਪਰ ਅਖਬਾਰਾਂ ਤੋਂ ਬਿਨਾਂ, ਕਿਉਂਕਿ ਸਾਡੇ ਕੋਲ ਹੁਣ ਹੋਰ ਮੀਡੀਆ ਬਹੁਤ ਆ ਗਿਆ ਤੇ ਇਸ ਕਰਕੇ ਸਾਨੂੰ ਕਈ ਵਾਰੀ ਨਾ ਲੱਗਦਾ ਕਿ ਇਹਦੀ ਕੀ ਲੋੜ ਆ ਜਾਂ ਇਹਨੇ ਤਾਂ ਜੀ ਝੋਕੀ ਜਾਣਾ। ਇਸ ਤਰ੍ਹਾਂ ਨਹੀਂ ਹੋ ਰਿਹਾ। ਜੇ ਆਪਾਂ ਹੁਣੇ ਆਪਣੇ ਗੁਆਂਢੀ ਮੁਲਕ ਦੀ ਗੱਲ ਕਰ ਲਈਏ, ਜਿੱਥੇ ਡੋਨਲਡ ਟਰੰਪ ਹੋਣਾ ਨੇ 4 ਸਾਲ ਰਾਜ ਕੀਤਾ ਬਤੌਰ ਪ੍ਰੈਜ਼ੀਡੈਂਟ, ਤੇ ਵਾਸ਼ਿੰਗਟਨ ਪੋਸਟ ਤੋਂ ਲੈ ਕੇ ਵਾਲ ਸਟਰੀਟ ਜਰਨਲ ਤੋਂ ਲੈ ਕੇ CNN ਤੋਂ ਲੈ ਕੇ ਉਹਦੇ ਖਿਲਾਫ ਡਟੇ ਨੇ, ਖੜੇ ਨੇ, ਔਰ ਉਹਨਾਂ ਨੇ ਅੱਜ ਤੱਕ ਬਹੁਤ ਸਾਰਾ ਨੁਕਸਾਨ ਵੀ ਜਿਹੜਾ ਕਰਿਆ ਤੇ ਅਜੇ ਤੱਕ ਉਹਨਾਂ ਦੀ ਪੂਰੀ ਦੀ ਪੂਰੀ ਜਿਹੜੀ ਇੱਜ਼ਤ ਆ ਉਹ ਕਾਇਮ ਹੈ। ਜਿਹੜਾ ਵਾਟਰਗੇਟ ਸਕੈਂਡਲ ਜਦੋਂ ਹੋਇਆ ਸੀ, ਜਦੋਂ ਕਿ ਪ੍ਰੈਜ਼ੀਡੈਂਟ ਨੂੰ ਰਿਜ਼ਾਈਨ ਕਰਨਾ ਪੈ ਗਿਆ ਸੀ, ਉਹ ਬਦੌਲਤ ਪ੍ਰੈਸ ਦੇ ਹੋਇਆ ਸੀ। ਪ੍ਰੈਸ ਨੇ ਬਹੁਤ ਕੰਮ ਕੀਤਾ। ਯੈਸ, ਜਿੱਥੇ ਅਖਬਾਰਾਂ ਸਾਰੀਆਂ ਇੱਕੋ ਜਿਹੀਆਂ ਨਹੀਂ ਹੈ, ਉਸੇ ਤਰ੍ਹਾਂ ਵਿਦਨ ਦੀ ਨਿਊਜ਼ਪੇਪਰ ਇੱਕ ਅਖਬਾਰ ਦੇ ਵਿੱਚ ਵੀ ਸਾਰਾ ਕੁਝ 100% ਤੁਸੀਂ ਉਹਨੂੰ ਐਜ਼ ਸੱਚ ਨਾ ਲਓ, ਪਰ ਉਹਦੇ 'ਚ ਬਹੁਤ ਜਿਹੜੇ ਫ੍ਰੀ ਜਿਹੜੇ ਐਕਸਪ੍ਰੈਸ਼ਨ ਵਾਲੇ ਕਾਲਮਨਿਸਟ ਨੇ, ਉਹ ਆਪਣੇ ਕਾਲਮਸ ਲਿਖਦੇ ਨੇ, ਉਹਨਾਂ ਦੇ ਐਡੀਟੋਰੀਅਲਸ ਹੁੰਦੇ ਨੇ, ਕਿਉਂਕਿ ਇੱਕ ਖਬਰ ਨੂੰ ਮਹਿਜ਼ ਖਬਰ ਦੇ ਤੌਰ ਤੇ ਲੈ ਜਾਂਦਾ, ਉਸ ਨੂੰ ਐਨਾਲਿਸਿਸ ਦੇਣ ਦੇ ਵਾਸਤੇ ਜਾਂ ਕਿਹੜੀ ਤਾਰ ਕਿੱਥੇ ਜਾ ਕੇ ਜੁੜਦੀ ਹੈ ਉਹਦੀ ਡੀਟੇਲਡ ਇਨਫੋਰਮੇਸ਼ਨ ਦੇਣ ਦੇ ਵਾਸਤੇ ਜਿਹੜੇ ਜਰਨਲਿਸਟ ਜਿਹੜੇ ਬਤੌਰ ਕਾਲਮਨਿਸਟ ਜਾਂ ਐਡੀਟੋਰੀਅਲਸ ਦੇ ਰਾਹੀਂ ਕੰਮ ਕਰਦੇ ਨੇ, ਉਹ ਕੀਤਾ ਜਾਂਦਾ। ਸੋ ਮੈਂ ਇਹਨਾਂ ਨੇ ਜਿੱਥੇ ਅੱਧਾ ਕੁ ਸਹਿਮਤ ਹੈ, ਉਹ ਪੂਰੀ ਤਰ੍ਹਾਂ ਸਹਿਮਤ ਨਹੀਂ ਹੈ ਕਿ ਜੀ ਵੀ ਇਹਦੀ ਕੋਈ ਜ਼ਰੂਰਤ ਨਹੀਂ ਹੈ ਜਾਂ ਇਹ ਜਿਹੜੀ ਝੁਕਣ ਵਾਲੀ ਹੀ ਪ੍ਰੈਸ ਹੋਇਆ ਕਰਦੀ ਹੈ। ਜਿਵੇਂ ਬਲ ਸਾਹਿਬ ਨੇ ਵੀ ਕਿਹਾ, ਇਹ ਤਾਂ ਫਿਰ ਸਾਡੇ ਕੋਲ ਐਗਜ਼ਾਮਪਲ ਹੈ ਕਿ ਜੀ ਕਿੰਨੇ ਲੋਕ ਨੇ ਜਿਹੜੇ ਉਹ ਡਟੇ ਨੇ ਔਰ ਉਹਨਾਂ ਨੇ ਮਾਰਾਂ ਖਾਧੀਆਂ ਨੇ, ਔਰ ਇਸੇ ਕਰਕੇ ਜੀ ਕਿਉਂਕਿ ਖੜੇ ਨੇ। ਹੁਣ ਜੇ ਅਸੀਂ ਆਜ਼ਾਦੀ ਜਿੱਥੇ ਜਿੱਥੇ ਡਿਕਟੇਟਰਸ਼ਿਪ ਹੈ, ਮਸਲ ਮੈਂ 3-4 ਤੁਹਾਨੂੰ ਕੰਟਰੀਜ਼ ਦੱਸਦਾ ਜਿਨ੍ਹਾਂ ਨੂੰ ਇਹ ਗਿਣਿਆ ਗਿਆ ਕਿ ਉੱਥੇ ਪ੍ਰੈਸ ਫਰੀਡਮ ਨਾਮ ਦੀ ਕੋਈ ਚੀਜ਼ ਨਹੀਂ ਹੈ ਜਾਂ ਬਹੁਤ ਹੀ ਸੀਮਤ ਹੈ। ਚਾਈਨਾ, ਨਾਰਥ ਕੋਰੀਆ, ਵਿਅਤਨਾਮ, एरिट्रिया और ਤੁਰਕਮੇਨਿਸਤਾਨ, ਸਾਊਦੀ ਅਰੇਬੀਆ, ਸੀਰੀਆ, ਈਰਾਨ, ਕਿਊਬਾ, ਇਹਦੇ ਵਿੱਚ ਹੁਣ 3-4 ਕੰਟਰੀਜ਼ ਆਪਾਂ ਨੂੰ ਲੱਗੂਗਾ ਕਿ ਉਹ ਕਿਉਂਕਿ ਧਾਰਮਿਕ ਬੋਲਬਾਲਾ ਉੱਥੇ ਜ਼ਿਆਦਾ ਹੈ, ਇਸ ਕਰਕੇ ਜੀ ਉਹ ਕੰਟਰੋਲ ਕਰ ਰਹੇ ਨੇ। ਤੇ ਦੂਜੇ ਪਾਸੇ ਜੇ ਆਪਾਂ ਕੁਇਕਲੀ ਇਹ ਵੀ ਗੱਲ ਕਰ ਲਈਏ ਕਿ ਜਿੱਥੇ ਪ੍ਰੈਸ ਫਰੀਡਮ ਨੂੰ ਬਹੁਤ ਮਾਣਮੱਤੇ ਤਰੀਕੇ ਦੇ ਨਾਲ ਜਾਂ ਸ਼ਾਨੋ ਸ਼ੌਕ ਦੇ ਨਾਲ ਉਹ ਜਰਨਲਿਸਟ ਕੰਮ ਕਰਦੇ ਨੇ, ਉਹਦੇ ਵਿੱਚ ਨਾਰਵੇ, ਫਿਨਲੈਂਡ, ਸਵੀਡਨ, ਡੈਨਮਾਰਕ, ਇਹ ਜਿਹੜੇ ਬਹੁਤੇ ਹੈਗੇ ਨੇ, ਸਵਿਟਜ਼ਰਲੈਂਡ,
ਨੈਦਰਲੈਂਡਸ, ਜਿਹੜੇ ਯੂਰਪੀਅਨ ਕੰਟਰੀਜ਼ ਨੇ। ਅਜੇ ਤੱਕ ਸਾਡਾ ਅਮਰੀਕਾ ਦਾ ਵੀ ਉਹਦੇ ਵਿੱਚ ਨਾਮ ਨਹੀਂ ਹੈ। ਜੇ ਇੰਡੀਆ ਦੀ ਗੱਲ ਕਰੀਏ ਤਾਂ ਇੰਡੀਆ ਦਾ ਨਾਮ ਬਹੁਤ ਥੱਲੇ ਆਉਂਦਾ ਹੈ ਪ੍ਰੈਸ ਫਰੀਡਮ ਦੀ ਜਦੋਂ ਅਸੀਂ ਗੱਲ ਕਰਦੇ ਹਾਂ। ਸੋ ਇਹ ਕੁੱਲ ਮਿਲਾ ਕੇ ਜੀ ਆਪਾਂ ਨੂੰ ਕਿਤੇ ਨਾ ਕਿਤੇ ਹੁਣ ਅਸੀਂ ਜ਼ਿਆਦਾ ਜਾਗਰੂਕ ਹੋ ਗਏ ਹਾਂ। ਸਾਡੇ ਕੋਲ ਜਾਣਕਾਰੀ ਲੈਣ ਦੇ ਵਾਸਤੇ ਨਾ ਸਿਰਫ ਅਖਬਾਰਾਂ ਰਸਾਲੇ ਨੇ, ਬਲਕਿ ਮੀਡੀਆ, ਸੋਸ਼ਲ ਮੀਡੀਆ, ਇਲੈਕਟ੍ਰੋਨਿਕ ਮੀਡੀਆ ਵੀ ਆ ਗਿਆ, ਜਿੱਥੋਂ ਕੋਈ ਨਾ ਕੋਈ ਖਬਰਾਂ ਸਾਡੇ ਕੋਲ ਉਹ ਵੀ ਪੁੱਜਦੀਆਂ ਰਹਿੰਦੀਆਂ ਨੇ ਜਿਹੜੀਆਂ ਸਹੀ ਨੇ ਔਰ ਸਹੀ ਹੋਣ ਦੇ ਨੇੜੇ ਤੇੜੇ ਨੇ। ਰਾਈਟ। ਬਾਲ ਸਾਹਿਬ, ਤੁਹਾਡੇ ਕਲੋਜ਼ਿੰਗ ਰਿਮਾਰਕਸ ਲਈਏ ਤੇ ਫਿਰ ਸਮਾਪਤ ਕਰੀਏ ਜੀ। ਮੈਂ ਤੇ ਇਹ ਕਹਾਂਗਾ, ਚਲੋ ਆਪਾਂ ਬਹੁਤ ਇੱਥੇ ਵਾਰਤਾਲਾਪ ਕਰ ਲਈ ਜੀ, ਡਿਸਕਸ਼ਨ ਕਰ ਲਈ, ਔਰ ਬੜੀਆਂ ਪਿਆਰੀਆਂ 3 ਕਾਲਸ ਵੀ ਆਈਆਂ ਔਰ ਬੜੇ ਮੁੱਲੀਆਂ ਸਨ ਉਹ। ਮੈਂ ਸਮਝਦਾ ਫਿਰ ਵੀ ਜਿਹੜੇ ਇਹੋ ਜਿਹੇ ਦਿਨ ਮੁਕਰਰ ਕੀਤੇ ਨੇ ਸਾਡੀਆਂ ਇੰਟਰਨੈਸ਼ਨਲ ਸੰਸਥਾਵਾਂ ਨੇ, ਯੂਨਾਈਟਿਡ ਨੇਸ਼ਨ ਨੂੰ ਕੀਤੇ ਗਏ ਨੇ, ਇਹ ਘੱਟੋ ਘੱਟ ਚਲੋ ਸਾਲ 'ਚ ਇੱਕ ਵਾਰੀ ਸਹੀ ਆ। ਅੱਜ ਆਪਾਂ ਗੱਲ ਤੇ ਕਰ ਰਹੇ ਹਾਂ ਨਾ, ਸਾਡੇ ਵਾਂਗ ਹਜ਼ਾਰਾਂ ਹੀ ਲੱਖਾਂ ਹੀ ਹੋਰ ਪ੍ਰੋਗਰਾਮ ਜਾਂ ਅਖਬਾਰਾਂ, ਟੈਲੀਵਿਜ਼ਨ ਜਿਹੜੇ ਉਹ ਇਸ ਤੇ ਗੱਲ ਕਰ ਰਹੇ ਹੋਣਗੇ ਤੇ ਲੋਕਾਂ ਦੇ ਵਿੱਚ ਥੋੜ੍ਹੀ ਬਹੁਤੀ ਜਾਗਰੂਕਤਾ ਤੇ ਜਾਏਗੀ ਨਾ। ਸੋ ਮੈਂ ਸਮਝਦਾ ਕਿ ਮੈਂ ਤੇ ਪੂਰਾ ਹਾਮੀ ਹਾਂ ਜੀ ਪ੍ਰੈਸ ਦੀ ਆਜ਼ਾਦੀ ਦਾ। ਇੱਥੋਂ ਤੱਕ ਹੋਵੇ ਕਿ ਅਗਲੇ ਦੀ ਕੋਈ ਪਰਸਨਲ ਬੇਇੱਜ਼ਤੀ ਕਰਨ ਵਾਲੀ ਉਹ ਗੱਲ ਨਾ ਹੋਵੇ, ਉਹਦੇ ਪਰਿਵਾਰਕ ਤੌਰ ਤੇ ਜਾਂ ਹੋਰ ਉਸਨੂੰ ਟਾਰਗੇਟ ਕਰਕੇ ਨਾ ਕੀਤਾ ਜਾਵੇ, ਵੰਡਾਟਾ ਨਾ ਕੋਈ ਹੋਵੇ। ਵੈਸੇ ਹਰ ਬੰਦੇ ਨੂੰ ਵੀ ਆਪਣੀ ਗੱਲ ਕਰਨ ਦੀ ਇਜਾਜ਼ਤ ਹੋਣੀ ਚਾਹੀਦੀ ਹੈ ਤੇ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਜਿਹੜੇ ਲੋਕ ਪੜ੍ਹੇ ਲਿਖੇ ਨੇ, ਜਰਨਲਿਸਟ ਨੇ, ਜਿਨ੍ਹਾਂ ਦੀ ਵੱਡੀ ਪੜ੍ਹਾਈ ਹੈ, ਉਹਨਾਂ ਨੂੰ ਬੜੀ ਜ਼ਰੂਰਤ ਦੇ ਨਾਲ ਔਰ ਬੜੀ ਸ਼ਿੱਦਤ ਦੇ ਨਾਲ ਲੋਕਾਂ ਦੇ ਹੱਕਾਂ ਦੇ ਵਾਸਤੇ ਇਹ ਗੱਲ ਕਰਨੀ ਚਾਹੀਦੀ ਹੈ, ਲਿਖਣੀ ਚਾਹੀਦੀ ਹੈ, ਬੋਲਣੀ ਚਾਹੀਦੀ ਹੈ ਤੇ ਦਿਖਾਉਣੀ ਚਾਹੀਦੀ ਹੈ ਜੀ। ਡਾਕਟਰ ਸਾਹਿਬ, ਤੁਹਾਡੇ ਕਲੋਜ਼ਿੰਗ ਰਿਮਾਰਕਸ ਜੀ। ਅੱਜ ਪ੍ਰੈਸ ਫਰੀਡਮ ਦੇ ਨਾਮ ਤੇ ਅਸੀਂ ਔਰ ਇਸ ਦਿਨ ਨੂੰ ਮਨਾਉਂਦੇ ਹੋਏ ਖਾਸ ਤੌਰ ਤੇ ਵਰਲਡ ਪ੍ਰੈਸ ਫਰੀਡਮ, ਜਿੱਥੇ ਉਹਨਾਂ ਸਾਰੇ ਪੱਤਰਕਾਰਾਂ ਨੂੰ ਨਤਮਸਤਕ ਹੁੰਦੇ ਆ ਜਿਨ੍ਹਾਂ ਨੇ ਜੀ ਆਪਣੀਆਂ ਜਾਨਾਂ ਤੱਕ ਕੁਰਬਾਨ ਕਰ ਦਿੱਤੀਆਂ ਤਾਂ ਕਿ ਜਿਹੜੀ ਸਹੀ ਜਾਣਕਾਰੀ ਆ ਉਹ ਲੋਕਾਂ ਤੱਕ ਪੁੱਜਦੀ ਕੀਤੀ ਜਾਵੇ, ਔਰ ਉਹਨਾਂ ਨੇ ਆਪਣਾ ਸਿਰ ਨਹੀਂ ਝੁਕਾਇਆ, ਉਹ ਕਿਸੇ ਦਬਦਬਾ ਦੇ ਥੱਲੇ ਨਹੀਂ ਆਏ ਤੇ ਉਹਨਾਂ ਨੂੰ ਜੀ ਅਸੀਂ ਹਮੇਸ਼ਾ ਜਿਹੜਾ ਯਾਦ ਕਰਿਆ ਕਰਦੇ ਹਾਂ। ਪਰ ਐਟ ਦੀ ਸੇਮ ਟਾਈਮ ਜਿਹੜੀ ਆਪਾਂ ਪਾਵਰ ਦੀ ਗੱਲ ਕੀਤੀ ਸੀ, ਇਹਦਾ ਭਾਵ ਇਹ ਵੀ ਨਹੀਂ ਹੈ ਕਿ ਜਿੰਨੀਆਂ ਅਖਬਾਰਾਂ ਨਿਕਲ ਰਹੀਆਂ ਨੇ ਤੇ ਉਹ ਅਖਬਾਰਾਂ ਸਾਰੀਆਂ ਦੀਆਂ ਸਾਰੀਆਂ ਜੀ ਕਿਤੇ ਨਾ ਕਿਤੇ ਜੁੜੀਆਂ ਹੋਈਆਂ ਨੇ। ਜੇ ਪੋਲੀਟੀਕਲੀ ਇੱਕ ਐਡੀਟੋਰੀਅਲੀ ਉਹ ਜੁੜੀਆਂ ਵੀ ਹੋਈਆਂ ਨੇ, ਬਾਕੀ ਦੇ ਉਹਦੇ ਜਿਹੜੇ 20, 30, 40 ਪੰਨੇ ਨੇ ਅਖਬਾਰ ਦੇ, ਉਹਦੇ ਵਿੱਚ ਬਹੁਤ ਕੁਛ ਐਸਾ ਵੀ ਹੈ ਜਿਹੜਾ ਕਿ ਸਾਨੂੰ ਲੱਗਦਾ ਕਿ ਉਹ ਸਹੀ ਹੀ ਨਹੀਂ ਹੈ, ਬਲਕਿ ਉਹ ਸਾਨੂੰ ਇਸ ਗੱਲ ਨੂੰ ਇਹਦੇ ਵਿੱਚ ਇੰਪਰੈਸ ਕਰਦਾ ਕਿ ਭਾਈ ਵਾਕਈ ਇਹ ਜਿਹੜੀ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਆ ਉਹ ਸਹੀ ਤਰੀਕੇ ਦੇ ਨਾਲ ਪੁੱਜਣੀ ਚਾਹੀਦੀ ਹੈ। ਮੈਂ ਹਰਜਿੰਦਰ ਜੀ ਇੱਥੇ ਵੀ ਗੱਲ ਇੱਕ ਹੋਰ ਕਰਦੇ ਹਾਂ ਕਿ ਅਖਬਾਰਾਂ ਨੂੰ ਜਿੰਨਾ ਅਸੀਂ ਮਰਜ਼ੀ ਨਿਗਵਾਣਾ ਕਰਕੇ ਦੇਖ ਲਈਏ, ਨਵਿਆ ਕੇ ਦੇਖ ਲਈਏ, ਮੈਂ ਖੁਦ ਮਹਿਸੂਸ ਕਰਦਾ ਕਿ ਜ਼ਿੰਦਗੀ ਦੇ ਵਿੱਚ ਮੈਂ ਸ਼ਾਇਦ ਬਹੁਤ ਇਸ ਤਰ੍ਹਾਂ ਦੀ ਜਾਣਕਾਰੀ ਤੋਂ ਵਾਂਝਾ ਰਿਹਾ ਹੁੰਦਾ ਜਾਂ ਰਵਾਂਗਾ ਜੇਕਰ ਅਖਬਾਰਾਂ ਨਾ ਹੋਣ, ਜਿਹੜੀਆਂ ਕਿ ਸਾਨੂੰ ਉਹਨਾਂ ਸੋਰਸਿਸ ਤੋਂ ਇਨਫੋਰਮੇਸ਼ਨ ਲੈ ਕੇ ਸਾਡੇ ਤੱਕ ਪੁੱਜਦੀਆਂ ਕਰਦੀਆਂ ਨੇ ਜਿਨ੍ਹਾਂ ਦਾ ਇੱਕ ਆਮ ਪਾਠਕ ਦਾ ਉੱਥੋਂ ਤੱਕ ਕੋਈ ਬਿਲਕੁਲ ਕੋਈ ਕਨੈਕਸ਼ਨ ਨਹੀਂ ਹੁੰਦੇ। ਸੋ ਬਹੁਤ ਸਾਰੀ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਔਰ ਬਹੁਤ ਸਾਰੀ ਇਹਨਾਂ ਦੇ ਵੱਲੋਂ ਜੀ ਜਿਹੜੀ ਹੈ ਇੱਕ ਸਮੁੱਚੇ ਢੰਗ ਦੇ ਨਾਲ ਉਸ ਨੂੰ ਪ੍ਰੈਜ਼ੈਂਟੇਬਲ ਢੰਗ ਦੇ ਨਾਲ ਅਖਬਾਰਾਂ ਦੇ ਰਾਹੀਂ ਜਾਂ ਮੈਗਜ਼ੀਨ ਦੇ ਰਾਹੀਂ ਸਾਡੇ ਤੱਕ ਪਹੁੰਚਦਾ ਕੀਤਾ ਜਾਂਦਾ ਹੈ। ਤਾਂ ਅਸੀਂ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਫਰੀਡਮ ਹੈ ਉਹ ਬਰਕਰਾਰ ਰਹੇ, ਇੱਕ ਆਮ ਨਾਗਰਿਕ ਦੀ ਵੀ ਬਰਕਰਾਰ ਰਹੇ ਤੇ ਅਖਬਾਰਾਂ ਦੇ ਰਾਹੀਂ ਜਮਹੂਰੀਅਤ ਨੂੰ ਕਾਇਮ ਰੱਖਣ ਦੇ ਵਿੱਚ ਇਹ ਆਪਣਾ ਜੀ ਰੋਲ ਇਸੇ ਤਰ੍ਹਾਂ ਦਾ ਕਰਦੇ ਰਹਿਣ। ਪ੍ਰੈਸ਼ਰ ਤੋਂ ਜਿੰਨਾ ਵੀ ਇਹ ਉਹਨੂੰ ਚੈਲੰਜ ਦੇ ਸਕਣ ਉਹਨਾਂ ਹੀ ਸਾਡੇ ਸਾਰਿਆਂ ਦੇ ਵਾਸਤੇ, ਡੈਮੋਕ੍ਰੇਸੀ ਦੇ ਵਾਸਤੇ ਔਰ ਨਾਗਰਿਕਾਂ ਦੇ ਵਾਸਤੇ ਇਹ ਇੱਕ ਚੰਗੀ ਗੱਲ ਹੋਏਗੀ। ਡਾਕਟਰ ਸਾਹਿਬ, ਬਹੁਤ ਸ਼ੁਕਰੀਆ ਸਰ, ਧੰਨਵਾਦ ਤੁਹਾਡਾ ਵੀ ਔਰ ਬਲ ਸਾਹਿਬ ਦਾ ਵੀ ਇੱਕ ਵਾਰ ਫਿਰ, ਤੇ ਸਾਡੇ ਸਾਰੇ ਲਿਸਨਰਸ ਜਿਹੜੇ ਸਾਨੂੰ ਸੁਣ ਰਹੇ ਸੀ, ਜਿਹੜੇ ਕਾਲਰਸ ਜਿਨ੍ਹਾਂ ਨੇ ਕਾਲ ਕੀਤੀ। ਵਿਸ਼ਾ ਇੱਦਾਂ ਦਾ ਹੈ ਸਰ, ਅਫਕੋਰਸ ਚਾਹੇ ਅਸੀਂ ਸਾਰਾ ਦਿਨ ਵੀ ਡਿਸਕਸ਼ਨ ਕਰਦੇ ਰਹੀਏ ਤਾਂ ਸਮਾਂ ਥੋੜ੍ਹਾ ਪੈ ਜਾਣਾ, ਪਰ ਸਾਡੀ ਇੱਕ ਤਰ੍ਹਾਂ ਦੇ ਨਾਲ ਜਿਹੜੀ ਇਹ ਕੋਸ਼ਿਸ਼ ਹੈ ਛੋਟੀ ਜਿਹੀ ਵਰਲਡ ਪ੍ਰੈਸ ਫਰੀਡਮ ਡੇ ਦੇ ਮੌਕੇ ਦੇ ਉੱਪਰ, ਕਿਉਂਕਿ ਇਹ ਸਾਡਾ ਇਮੀਡੀਏਟ ਰਿਲੇਸ਼ਨ ਹੈ ਇਸ ਫੀਲਡ ਦੇ ਨਾਲ ਕਿਸੇ ਨਾ ਕਿਸੇ ਰੂਪ ਦੇ ਵਿੱਚ, ਅਸੀਂ ਜਿੱਥੇ ਚਾਹੇ ਰੋਜ਼ਗਾਰ ਦੇ ਰੂਪ ਦੇ ਵਿੱਚ, ਚਾਹੇ ਸਾਡੇ ਪੈਸ਼ਨ ਦੇ ਰੂਪ ਦੇ ਵਿੱਚ, ਚਾਹੇ ਅਸੀਂ ਪ੍ਰੋਫੈਸ਼ਨਲੀ ਚਾਹੇ ਪੈਸ਼ਨਲੀ ਜੁੜੇ ਹੋਏ ਹਾਂ, ਅਤੇ ਇਹ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਜੀ ਕਿਸੇ ਨਾ ਕਿਸੇ ਰੂਪ ਦੇ ਵਿੱਚ ਅਸੀਂ ਨਿਭਾਉਂਦੇ ਆਏ ਹਾਂ, ਨਿਭਾਉਂਦੇ ਰਹਾਂਗੇ। ਔਰ ਸਾਨੂੰ ਕੋਈ ਨਾ ਕੋਈ ਸੇਧ ਜਿਹੜੀ ਹੈ ਜੀ ਜਦੋਂ ਇਸ ਤਰ੍ਹਾਂ ਦੇ ਦਿਨ ਡੈਡੀਕੇਟ ਕੀਤੇ ਹੋਏ ਦਿਨ ਨੇ, ਉਹ ਸਾਨੂੰ ਹੋਰ ਜ਼ਿਆਦਾ ਆਪਣੇ ਆਪ ਨੂੰ ਡੈਡੀਕੇਟ ਕਰਨ ਲਈ, ਹੋਰ ਜ਼ਿਆਦਾ ਆਪਣੇ ਆਪ ਨੂੰ ਪਰਪੱਕ ਕਰਨ ਲਈ, ਹੋਰ ਜ਼ਿਆਦਾ ਆਪਣੇ ਆਪ ਨੂੰ ਸੁਹਿਰਦ ਕਰਨ ਦੇ ਲਈ, ਹੋਰ ਜ਼ਿਆਦਾ ਆਪਣੇ ਆਪ ਨੂੰ ਤਿਆਰ ਕਰਨ ਦੇ ਲਈ ਵੀ ਪ੍ਰੇਰਦੇ ਆ। ਸੋ ਇਸੇ ਨੋਟ ਦੇ ਉੱਪਰ ਸਾਡੇ ਦੋਨੋਂ ਮਹਿਮਾਨਾਂ ਦੇ ਕੋਲੋਂ ਬਹੁਤ ਬਹੁਤ ਧੰਨਵਾਦ ਦੇ ਨਾਲ ਇਜਾਜ਼ਤ ਲੈਂਦੇ ਹਾਂ। ਬਲ ਸਾਹਿਬ ਬਹੁਤ ਸ਼ੁਕਰੀਆ, ਡਾਕਟਰ ਸਾਹਿਬ ਤੁਹਾਡਾ ਵੀ ਧੰਨਵਾਦ, ਥੈਂਕ ਯੂ ਜੀ, ਬਹੁਤ ਸ਼ੁਕਰੀਆ ਜੀ, ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ। ਸੋ ਦੋਸਤੋ, ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੀ ਇਹ ਗੱਲਬਾਤ ਚੰਗੀ ਲੱਗੀ ਹੋਣੀ ਹੈ। ਇੱਕ ਦੋ ਕਾਲਰ ਨੇ, ਮੈਂ ਥੋੜ੍ਹੀ ਦੇਰ ਲਈ ਵੇਟ ਕਰਨ ਲਈ ਬੇਨਤੀ ਕਰਦਾ, ਤੁਸੀਂ ਹੋਲਡ ਰੱਖ ਲਿਓ, ਇੱਦਾਂ ਹੀ ਆਪਾਂ ਗੱਲਬਾਤ ਨੂੰ ਅੱਗੇ ਤੋਰਾਂਗੇ। ਪ੍ਰੋਗਰਾਮ ਹਰਜਿੰਦਰ ਗਿੱਲ ਸ਼ੋਅ 1350 AM ਦੇ ਉੱਪਰ ਸੁਣ ਰਹੇ ਹੋ।
You are listening to The Harchinder Gill Show, Rams Punjabi, only on 1350 AM. For all our latest updates, please subscribe G Media Group YouTube channel and press the bell icon.